हाँ जी दोस्तों, ਵੈਲਕਮ। ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਇਸ ਵੀਡੀਓ ਦੇ ਰਾਹੀਂ ਨਵੀਂ ਖੇਡ ਨੀਤੀ 2023 ਦੇ ਤਹਿਤ ਰਿਵਾਈਜ਼ਡ ਸਪੋਰਟਸ ਗ੍ਰੇਡੇਸ਼ਨ ਪਾਲਿਸੀ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੀ ਜਾਣਕਾਰੀ ਜਿਹੜੀ ਮਿਲੇਗੀ, ਮੁੱਢਲੀ ਜਾਣਕਾਰੀ ਤੋਂ ਇਲਾਵਾ ਇਸ ਖੇਡ ਨੀਤੀ ਦੇ ਅਧਿਆਏ 4 ਚੈਪਟਰ 4 ਦੇ ਅੰਡਰ ਖੇਡਾਂ ਦੀ ਗ੍ਰੇਡੇਸ਼ਨ ਨੀਤੀ ਸਪੋਰਟਸ ਗ੍ਰੇਡੇਸ਼ਨ ਪਾਲਿਸੀ ਦੀ ਪੂਰੀ ਵਿਸਤਾਰਪੂਰਵਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਗ੍ਰੇਡ A B C D ਦੇ ਲਈ ਕੀ ਐਲੀਜੀਬਿਲਿਟੀਜ਼ ਚਾਹੀਦੀਆਂ ਨੇ, ਕਿਹੜੀ ਯੋਗਤਾ ਹੈ, A B C D ਗ੍ਰੇਡੇਸ਼ਨ ਹੈ ਜਿਹੜੀ ਉਹ ਕਿਸ ਤਰ੍ਹਾਂ ਹੋਏਗੀ, ਕਿਹੜੇ ਟੂਰਨਾਮੈਂਟਸ ਦੇ ਵਿੱਚ ਭਾਗ ਲੈਣ 'ਤੇ A B C D ਗ੍ਰੇਡੇਸ਼ਨ ਹੋਏਗੀ, ਸਪੋਰਟਸ ਡਿਸਿਪਲਿਨਸ ਕਵਰਡ, ਕਿਹੜੀਆਂ ਖੇਡਾਂ ਨੇ ਜਿਹੜੀਆਂ ਉਹ ਕਵਰ ਕੀਤੀਆਂ ਗਈਆਂ ਨੇ ਗ੍ਰੇਡੇਸ਼ਨ ਦੇ ਲਈ, ਸਪੋਰਟਸ ਗ੍ਰੇਡੇਸ਼ਨ ਸਰਟੀਫਿਕੇਟਸ ਬਣਾਉਣ ਦੇ ਲਈ ਕੀ ਰੂਲਸ ਰੱਖੇ ਗਏ ਹੈ, ਨਿਯਮ ਕਿਹੜੇ ਹੈ, ਇੰਟਰਸੇ ਮੈਰਿਟ ਅੰਡਰ ਸਪੋਰਟਸ ਕੋਟਾ, ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਸਪੋਰਟਸ ਕੋਟੇ ਦੇ ਤਹਿਤ ਐਡਮਿਸ਼ਨ ਵਗੈਰਾ ਦੇ ਲਈ ਜਾਂ ਕਿਸੇ ਹੋਰ ਜਗ੍ਹਾ 'ਤੇ ਜਿਹੜੀ ਇੰਟਰਸੇ ਮੈਰਿਟ ਹੈ ਉਹ ਸਪੋਰਟਸ ਕੋਟਾ ਦੇ ਵਿੱਚ ਕਿਵੇਂ ਬਣਾਈ ਜਾਏਗੀ। ਇਸ ਤੋਂ ਇਲਾਵਾ ਮਹੱਤਵਪੂਰਨ ਨੋਟ ਤੁਹਾਨੂੰ ਮਿਲੇਗਾ। ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਤੁਹਾਨੂੰ ਜਾਣਕਾਰੀ ਹੈ ਜਿਹੜੀ ਸਟਾਰਟ ਕਰਨ ਲੱਗੇ ਹਾਂ। ਮੁੱਢਲੀ ਜਾਣਕਾਰੀ ਦੇ ਵਿੱਚ ਤੁਹਾਨੂੰ ਪਤਾ ਕਿ ਖੇਡ ਨੀਤੀ 2018 ਦੇ ਵਿੱਚ ਸੋਧ ਕਰਦੇ ਹੋਏ ਪੰਜਾਬ ਦੇ ਖੇਡ ਵਿਭਾਗ ਦੇ ਵੱਲੋਂ ਨਵੀਂ ਖੇਡ ਨੀਤੀ 2023 ਹੈ ਜਿਹੜੀ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ਔਰ ਇਸ ਵੀਡੀਓ ਦੇ ਰਾਹੀਂ ਨਵੀਂ ਖੇਡ ਨੀਤੀ ਦੇ ਅਧਿਆਏ 4 ਚੈਪਟਰ 4 ਦੇ ਸਪੋਰਟਸ ਗ੍ਰੇਡੇਸ਼ਨ ਪਾਲਿਸੀ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਇਸ ਤੋਂ ਪਹਿਲਾਂ 3 ਚੈਪਟਰਸ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਵੱਖ ਵੀਡੀਓਜ਼ ਦੇ ਜ਼ਰੀਏ ਸ਼ੇਅਰ ਕਰ ਚੁੱਕੇ ਹਾਂ। ਉੱਪਰ ਆਈ ਬਟਨ ਤੋਂ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਜਾਂ ਵੀਡੀਓ ਦੇ ਲਾਸਟ ਤੋਂ ਲਿੰਕ ਤੋਂ ਤੁਸੀਂ ਕਲਿੱਕ ਕਰਕੇ ਉਹ ਜਾਣਕਾਰੀ ਹੈ ਜਿਹੜੀ ਉਹ ਵੀ ਪ੍ਰਾਪਤ ਕਰ ਸਕਦੇ ਹੋ। ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਸਟਾਰਟ ਕਰਨ ਲੱਗੇ ਹਾਂ। ਅਧਿਆਏ 4 ਚੈਪਟਰ 4 ਦੇ ਵਿੱਚ ਖੇਡਾਂ ਦੀ ਗ੍ਰੇਡੇਸ਼ਨ ਨੀਤੀ ਦੀ ਗੱਲ ਕੀਤੀ ਗਈ ਹੈ ਇਸ ਖੇਡ ਨੀਤੀ ਦੀ ਡਾਕੂਮੈਂਟ ਦੇ ਵਿੱਚ। ਸੋ ਜਿਹੜੀ ਰਿਵਾਈਜ਼ਡ ਸਪੋਰਟਸ ਗ੍ਰੇਡੇਸ਼ਨ ਪਾਲਿਸੀ ਹੈ ਇਹ ਇਸ ਨਜ਼ਰੀਏ ਨਾਲ ਤਿਆਰ ਕੀਤੀ ਗਈ ਹੈ ਕਿ ਉੱਚ ਪ੍ਰਾਪਤੀਆਂ ਵਾਲੇ ਲੋਕ ਜਾਂ ਖਿਡਾਰੀ ਨੇ ਜਿਹੜੇ ਉਹਨਾਂ ਨੂੰ ਪਹਿਲਾਂ ਰੁਜ਼ਗਾਰ ਦਾ ਲਾਭ ਮਿਲੇ। ਜਿਹੜੇ ਵੀ ਖੇਡਾਂ ਦੇ ਖੇਤਰ ਦੇ ਵਿੱਚ ਪ੍ਰਾਪਤੀਆਂ ਕਰ ਚੁੱਕਿਆ ਖਿਡਾਰੀ ਉਹਨਾਂ ਨੂੰ ਰੁਜ਼ਗਾਰ ਦਾ ਲਾਭ ਮਿਲ ਸਕੇ। ਇਸ ਐਂਗਲ ਤੋਂ, ਇਸ ਨਜ਼ਰੀਏ ਤੋਂ ਇਹ ਜਿਹੜੀ ਸਪੋਰਟਸ ਨੀਤੀ ਹੈ ਰਿਵਾਈਜ਼ਡ ਸਪੋਰਟਸ ਗ੍ਰੇਡੇਸ਼ਨ ਪਾਲਿਸੀ ਆ ਉਹ ਤਿਆਰ ਕੀਤੀ ਗਈ ਹੈ। ਇਹਦੇ ਪੂਰੇ ਵੇਰਵੇ ਆ ਜਿਹੜੇ ਇਸ ਡਾਕੂਮੈਂਟ ਦੇ ਵਿੱਚ ਜਿਹੜੀ ਰਿਵਾਈਜ਼ਡ ਸਪੋਰਟਸ ਪਾਲਿਸੀ ਦੀ PDF ਕਾਪੀ ਆ ਉਹਦੇ ਅਨੁਲੱਗ 2 ਅਨੈਕਸਚਰ 2 ਦੇ ਉੱਪਰ ਤੁਹਾਨੂੰ ਮਿਲਣਗੇ। ਸੋ ਅਗਲੇ ਹਿੱਸੇ ਦੇ ਵਿੱਚ ਵੀਡੀਓ ਦੇ ਆਪਾਂ ਉਹ ਅਨੈਕਸਚਰ 2 ਵੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਅਦਰਵਾਈਜ਼ ਤੁਸੀਂ ਲਿੰਕ ਤੁਹਾਨੂੰ ਦਿੱਤਾ, ਤੁਸੀਂ ਉੱਥੋਂ ਵੀ ਕਲਿੱਕ ਕਰਕੇ ਦੇਖ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਪੂਰੀ PDF ਕਾਪੀ ਡਾਊਨਲੋਡ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਇਸ ਸਪੋਰਟਸ ਗ੍ਰੇਡੇਸ਼ਨ ਪਾਲਿਸੀ ਦੇ ਵਿੱਚ ਦੱਸਿਆ ਗਿਆ ਕਿ ਸਕੂਲਾਂ ਵਿੱਚ ਕੋਚਾਂ ਅਤੇ PTI ਦੀ ਭਰਤੀ ਲਈ ਖੇਡਾਂ ਵਿੱਚ ਪ੍ਰਾਪਤੀਆਂ ਨੂੰ 30% ਵੇਟੇਜ ਹੈ ਜਿਹੜੀ ਉਹ ਦਿੱਤੀ ਜਾਵੇ। ਜਿਹੜੀ ਵੀ ਭਰਤੀ ਹੋਣੀ ਹੈ ਕੋਚਸ ਦੀ ਜਾਂ PTI ਸਾਹਿਬਾਨ ਦੀ ਸਕੂਲਾਂ ਦੇ ਵਿੱਚ, ਉਹਨਾਂ ਦੇ ਲਈ ਜਿਹੜੀ ਖੇਡਾਂ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਉਹਨੂੰ 30% ਵੇਟੇਜ ਦਿੱਤੀ ਜਾਵੇ। ਜੇ ਸਪੋਜ਼ ਕਰੋ 100 ਜਿਹੜੇ ਟੋਟਲ ਮਾਰਕਸ ਬਣਦੇ ਆ ਤਾਂ ਉਹਦੇ ਵਿੱਚੋਂ 30 ਨੰਬਰ ਦੀ ਜਿਹੜੀ ਮਾਰਕਸ ਦੀ ਵੇਟੇਜ ਹੈ ਉਹ ਸਪੋਰਟਸ ਦੀਆਂ ਪ੍ਰਾਪਤੀਆਂ ਵਾਲੇ ਜਿਹੜੇ ਤੁਹਾਡੇ ਕੋਲ ਸਰਟੀਫਿਕੇਟਸ ਹੈ ਜਾਂ ਅਚੀਵਮੈਂਟਸ ਨੇ ਉਹਨਾਂ ਨੂੰ ਵੇਟੇਜ ਦਿੱਤੀ ਜਾਏਗੀ। ਇਸ ਤੋਂ ਇਲਾਵਾ ਖੇਡਾਂ ਦੀ ਗ੍ਰੇਡੇਸ਼ਨ ਨੀਤੀ ਦੇ ਤਹਿਤ ਜਿਹੜੀ ਗ੍ਰੇਡ A B C D ਉਹ ਕਿਹੜੇ ਖਿਡਾਰੀਆਂ ਨੂੰ ਮਿਲਣਯੋਗ ਹੋਏਗਾ ਸਰਟੀਫਿਕੇਟ ਜਾਂ ਗ੍ਰੇਡ, ਇਹ ਅਨੈਕਸਚਰ 2 ਦੇ ਵਿੱਚ ਅਨੁਲੱਗ 2 ਦੇ ਵਿੱਚ ਐਕਸਪਲੇਨ ਕੀਤਾ ਗਿਆ। ਸੋ ਇਹ ਤੁਹਾਨੂੰ ਇੱਕ ਕਰਕੇ ਐਕਸਪਲੇਨ ਕਰਨ ਲੱਗਿਆ। ਇੱਥੇ ਲਿਖਿਆ ਕਿ ਸਪੋਰਟਸਮੈਨ ਆਫ ਇੰਟਰਨੈਸ਼ਨਲ ਸਟੈਂਡਿੰਗ ਗ੍ਰੇਡ A ਕਿਹਨਾਂ ਨੂੰ ਮਿਲੇਗਾ। ਇਹ ਪਹਿਲੇ ਪਾਰਟ ਦੇ ਵਿੱਚ ਆਪਾਂ ਗ੍ਰੇਡ A ਦੀ ਗੱਲ ਕਰ ਰਹੇ ਹਾਂ। ਗ੍ਰੇਡ A ਹੈ ਜਿਹੜਾ ਉਹ ਸਪੋਰਟਸਮੈਨ ਆਫ ਇੰਟਰਨੈਸ਼ਨਲ ਸਟੈਂਡਿੰਗ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਆ ਉਹਨਾਂ ਨੂੰ ਮਿਲੇਗਾ। ਦੋਜ਼ ਹੂ ਹੈਵ ਰਿਪਰੈਜ਼ੈਂਟਡ ਇੰਡੀਆ ਅਚੀਵਡ ਪੋਜੀਸ਼ਨਸ ਇਨ ਦਾ ਫੋਲੋਇੰਗ ਇੰਟਰਨੈਸ਼ਨਲ ਟੂਰਨਾਮੈਂਟਸ ਮੀਟਸ ਕੰਪੀਟੀਸ਼ਨਸ ਚੈਂਪੀਅਨਸ਼ਿਪਸ ਕੰਡਕਟਡ ਬਾਈ ਇੰਟਰਨੈਸ਼ਨਲ ਫੈਡਰੇਸ਼ਨ ਐਫੀਲੀਏਟਡ ਟੂ the International Olympic Committee or by the International Olympic Committee। ਜਿਹੜੇ ਟੂਰਨਾਮੈਂਟ ਇੰਟਰਨੈਸ਼ਨਲ ਲੈਵਲ 'ਤੇ ਹੋਏ ਆ ਔਰ ਉਹਨਾਂ ਦੇ ਵਿੱਚ ਜਿਹੜੇ ਖਿਡਾਰੀਆਂ ਨੇ ਪਾਰਟੀਸਪੇਟ ਕੀਤਾ ਹੈ ਔਰ ਉਹਦੇ ਵਿੱਚ ਪੋਜੀਸ਼ਨਸ ਹਾਸਲ ਕੀਤੀਆਂ, ਕੋਈ ਵੀ ਇੰਟਰਨੈਸ਼ਨਲ ਕੰਪੀਟੀਸ਼ਨ ਚੈਂਪੀਅਨਸ਼ਿਪ ਜਾਂ ਕੋਈ ਐਥਲੈਟਿਕ ਮੀਟ ਜਾਂ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਹੈ ਜਿਹੜੇ ਕਿ ਰਿਕੋਗਨਾਈਜ਼ਡ ਹੋਣ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਵੱਲੋਂ ਜਾਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੁਆਰਾ ਆਰਗੇਨਾਈਜ਼ ਕੀਤੇ ਗਏ ਹੋਣ, ਇਹੋ ਜਿਹੀਆਂ ਫੈਡਰੇਸ਼ਨਾਂ ਨੇ ਕਰਵਾਏ ਹੋਣ। ਸੋ ਪਹਿਲੇ ਪਾਰਟ ਦੇ ਵਿੱਚ ਪਹਿਲਾ ਪੁਆਇੰਟ ਇੱਥੇ ਹੈ ਕਿ ਗ੍ਰੇਡੇਸ਼ਨ ਸਰਟੀਫਿਕੇਟ ਸ਼ੁੱਡ ਬੀ ਅਵਾਰਡਡ ਟੂ ਦ ਮੈਡਲ ਵਿਨਰਸ ਆਫ ਓਲੰਪਿਕ ਗੇਮਸ ਵਰਲਡ ਕੱਪ ਐਵਰੀ 4 ਈਅਰਸ। ਜਿਹੜੇ ਹਰ 4 ਸਾਲਾਂ ਬਾਅਦ ਵਰਲਡ ਕੱਪ ਕਿਸੇ ਵੀ ਗੇਮ ਦਾ ਹੁੰਦਾ ਜਾਂ ਓਲੰਪਿਕ ਗੇਮਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਜਿਹੜੇ ਮੈਡਲ ਵਿਨਰਸ ਆ ਉਹਨਾਂ ਨੂੰ ਗ੍ਰੇਡੇਸ਼ਨ ਸਰਟੀਫਿਕੇਟ ਆ ਜਿਹੜਾ A ਗ੍ਰੇਡ ਦਾ ਮਿਲੇਗਾ। ਏਸ਼ੀਅਨ ਗੇਮਸ ਦੇ ਵਿੱਚ ਜਿਹੜੇ ਨੇ ਪੋਜੀਸ਼ਨਸ ਹਾਸਲ ਕੀਤੀਆਂ ਉਹਨਾਂ ਨੂੰ ਵੀ A ਗ੍ਰੇਡ ਮਿਲੇਗਾ। ਕਾਮਨਵੈਲਥ ਗੇਮਸ ਦੇ ਵਿੱਚ ਪੋਜੀਸ਼ਨਸ ਹਾਸਲ ਕੀਤੀਆਂ ਉਹਨਾਂ ਨੂੰ ਵੀ ਜਿਹੜਾ A ਸਰਟੀਫਿਕੇਟ ਮਿਲੇਗਾ। ਸੋ ਦੂਸਰਾ ਪੁਆਇੰਟ ਹੈ ਮੈਡਲ ਵਿਨਰਸ ਆਫ ਵਰਲਡ ਕੱਪ
ਵਰਲਡ ਚੈਂਪੀਅਨਸ਼ਿਪਸ ਐਵਰੀ 2 ਈਅਰਸ, ਜਿਹੜੇ ਹਰ 2 ਸਾਲਾਂ ਦੇ ਵਕਫੇ 'ਤੇ ਕੋਈ ਵੀ ਗੇਮ ਦਾ ਜਿਹੜਾ ਵਰਲਡ ਕੱਪ ਹੁੰਦਾ ਜਾਂ ਵਰਲਡ ਚੈਂਪੀਅਨਸ਼ਿਪਸ ਹੁੰਦੀਆਂ, ਉਹਨਾਂ ਖਿਡਾਰੀਆਂ ਨੂੰ ਵੀ ਜਿਹੜੇ ਮੈਡਲ ਵਿਨਰ ਹੈ ਇਹ ਸਰਟੀਫਿਕੇਟ ਮਿਲੇਗਾ। ਮੈਡਲ ਵਿਨਰ ਆਫ ਡੇਵਿਸ ਕੱਪ, ਟੈਸਟ ਵਨ ਡੇ ਕ੍ਰਿਕਟ ਕੱਪ, ਜਿਹੜੇ ਟੈਸਟ ਜਾਂ ਵਨ ਡੇ ਕ੍ਰਿਕਟ ਮੈਚਸ ਦੇ ਵਿੱਚ ਮੈਡਲ ਵਿਨਰ ਹੈ ਜਾਂ ਡੇਵਿਸ ਕੱਪ ਦੇ ਵਿੱਚ ਵਿਨਰ ਹੈ, ਉਹਨਾਂ ਲਈ ਜਿਹੜਾ ਹੈ ਮੈਡਲ ਜਿਹੜਾ ਗ੍ਰੇਡ ਏ ਮਿਲੇਗਾ। ਇਸ ਤੋਂ ਇਲਾਵਾ ਮੈਡਲ ਵਿਨਰ ਆਫ ਐਫਰੋ ਏਸ਼ੀਅਨ ਗੇਮਸ ਐਂਡ ਏਸ਼ੀਅਨ ਚੈਂਪੀਅਨਸ਼ਿਪਸ ਔਰ ਐਫਰੋ ਏਸ਼ੀਅਨ ਗੇਮਸ ਦੇ ਮੈਡਲ ਵਿਨਰ ਖਿਡਾਰੀਆਂ ਨੂੰ ਵੀ ਏ ਗ੍ਰੇਡ ਮਿਲੇਗਾ। ਇਸ ਤੋਂ ਇਲਾਵਾ 5ਵਾਂ ਪੁਆਇੰਟ ਹੈ ਮੈਡਲ ਵਿਨਰ ਇਨ SAF ਗੇਮਸ। SAF ਮੀਨਸ ਸਾਊਥ ਏਸ਼ੀਅਨ ਫੈਡਰੇਸ਼ਨ ਜਿਹੜੀ ਹੈ, ਇਹਨਾਂ ਦੀਆਂ ਜਿਹੜੀਆਂ ਗੇਮਸ ਹੁੰਦੀਆਂ ਨੇ। ਵਰਲਡ ਯੂਨੀਵਰਸਿਟੀ ਗੇਮਸ, ਵਰਲਡ ਯੂਨੀਵਰਸਿਟੀ ਦੇ ਵਿੱਚ ਗੇਮਸ ਜਿਹੜੀਆਂ ਖੇਡੀਆਂ ਔਰ ਮੈਡਲ ਵਿਨਰ ਜਿਹੜੇ ਖਿਡਾਰੀ ਆ ਉਹਨਾਂ ਲਈ। ਜੂਨੀਅਰ ਵਰਲਡ ਚੈਂਪੀਅਨਸ਼ਿਪਸ, ਇੰਟਰਨੈਸ਼ਨਲ ਰਿਕੋਗਨਾਈਜ਼ਡ ਕੰਪੀਟੀਸ਼ਨਸ ਵੇਅਰ ਐਟ ਲੀਸਟ 10 ਟੀਮਸ ਪਾਰਟੀਸਪੇਟ, ਜਿੱਥੇ ਘੱਟੋ ਘੱਟ 10 ਟੀਮਾਂ ਨੇ ਪਾਰਟੀਸਪੇਟ ਕੀਤਾ ਹੋਵੇ। ਇਹੋ ਜਿਹੇ ਇੰਟਰਨੈਸ਼ਨਲ ਰਿਕੋਗਨਾਈਜ਼ਡ ਜਿਹੜੇ ਕੰਪੀਟੀਸ਼ਨਸ ਨੇ ਉਹਨਾਂ ਦੇ ਮੈਡਲ ਵਿਨਰ ਖਿਡਾਰੀਆਂ ਨੂੰ ਜਿਹੜਾ ਏ ਗ੍ਰੇਡ ਮਿਲੇਗਾ। 6ਵਾਂ ਪੁਆਇੰਟ ਹੈ ਪਾਰਟੀਸਪੈਂਟਸ ਆਫ ਓਲੰਪਿਕ ਗੇਮਸ, ਵਰਲਡ ਕੱਪ ਚੈਂਪੀਅਨਸ਼ਿਪ, 4 ਈਅਰਸ ਐਂਡ ਏਸ਼ੀਅਨ ਗੇਮਸ, ਜਿਹੜੇ ਵੀ ਪਾਰਟੀਸਪੈਂਟਸ ਨੇ ਓਲੰਪਿਕ ਗੇਮਸ ਦੇ ਵਿੱਚ ਪਾਰਟੀਸਪੇਟ ਕੀਤਾ ਖਿਡਾਰੀਆਂ ਨੇ, ਵਰਲਡ ਕੱਪ ਜਾਂ ਚੈਂਪੀਅਨਸ਼ਿਪਸ ਜਿਹੜੀਆਂ ਹਰ 4 ਸਾਲਾਂ ਦੇ ਵਕਫੇ 'ਤੇ ਹੁੰਦੀਆਂ, ਜਾਂ ਏਸ਼ੀਅਨ ਗੇਮਸ ਦੇ ਵਿੱਚ ਪਾਰਟੀਸਪੇਟ ਕੀਤਾ, ਉਹਨਾਂ ਨੂੰ ਵੀ ਗ੍ਰੇਡ ਏ ਸਰਟੀਫਿਕੇਟ ਮਿਲੇਗਾ। ਇਹ ਸੀ ਗ੍ਰੇਡ ਏ ਦੀ ਜਾਣਕਾਰੀ। ਇਹਦਾ ਤੁਸੀਂ ਸਕਰੀਨਸ਼ਾਟ ਵੀ ਆਪਣੇ ਲਈ ਲੈ ਸਕਦੇ ਹੋ ਚੱਲਦੀ ਵੀਡੀਓ ਦੇ ਵਿੱਚ। ਇਸ ਤੋਂ ਬਾਅਦ ਗ੍ਰੇਡ ਬੀ ਦੀ ਗੱਲ ਕਰੀਏ, ਗ੍ਰੇਡ ਬੀ ਉਹਨਾਂ ਖਿਡਾਰੀਆਂ ਨੂੰ ਮਿਲੇਗਾ ਸਪੋਰਟਸਮੈਨ ਵੂਮੈਨ ਹੂ ਹੈਵ ਅਚੀਵਡ ਟੌਪ 3 ਪੋਜੀਸ਼ਨਸ ਇਨ ਦਾ ਫੋਲੋਇੰਗ ਟੂਰਨਾਮੈਂਟਸ, ਮੀਟਸ, ਕੰਪੀਟੀਸ਼ਨ, ਚੈਂਪੀਅਨਸ਼ਿਪਸ conducted by such a respective national federation as are affiliated recognized by Indian Olympic Association। ਜਿਹੜੀ ਨੈਸ਼ਨਲ ਫੈਡਰੇਸ਼ਨਸ ਦੁਆਰਾ ਕਿਸੇ ਵੀ ਐਥਲੈਟਿਕ ਮੀਟ, ਕੋਈ ਚੈਂਪੀਅਨਸ਼ਿਪ, ਟੂਰਨਾਮੈਂਟ ਜਾਂ ਕੰਪੀਟੀਸ਼ਨ ਆਰਗੇਨਾਈਜ਼ ਕੀਤੇ ਗਏ ਔਰ ਉਹ ਰਿਕੋਗਨਾਈਜ਼ਡ ਐਫੀਲੀਏਟਡ ਹੋਣਗੇ ਜਿਹੜੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਤੋਂ ਫੈਡਰੇਸ਼ਨ, ਉਹਨਾਂ ਦੇ ਵਿੱਚੋਂ ਜਿਹੜੇ ਮੈਡਲ ਵਿਨਰ ਹੋਣਗੇ ਉਹਨਾਂ ਨੂੰ ਗ੍ਰੇਡ ਬੀ ਜਿਹੜਾ ਸਰਟੀਫਿਕੇਟ ਮਿਲੇਗਾ। ਇਹਦੇ ਵਿੱਚ ਵੀ 6 ਪੁਆਇੰਟ ਨੇ ਅਲੱਗ-ਅਲੱਗ। ਪਹਿਲਾ ਪੁਆਇੰਟ ਹੈ ਮੈਡਲ ਵਿਨਰ ਆਫ ਨੈਸ਼ਨਲ ਗੇਮਸ ਐਂਡ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਆਰਗੇਨਾਈਜ਼ਡ ਬਾਏ ਇੰਡੀਅਨ ਓਲੰਪਿਕ ਐਸੋਸੀਏਸ਼ਨ, IOA ਜਿਸ ਨੂੰ ਆਪਾਂ ਸ਼ਾਰਟ ਦੇ ਵਿੱਚ ਬੋਲਦੇ ਹਾਂ। ਇੰਡੀਅਨ ਓਲੰਪਿਕ ਐਸੋਸੀਏਸ਼ਨ ਦੁਆਰਾ ਕੋਈ ਵੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਾਂ ਨੈਸ਼ਨਲ ਗੇਮਸ ਕਰਵਾਈਆਂ ਉਹਨਾਂ ਦੇ ਮੈਡਲ ਵਿਨਰਸ ਨੂੰ ਗ੍ਰੇਡ ਬੀ ਸਰਟੀਫਿਕੇਟ ਮਿਲੇਗਾ। ਦੂਸਰਾ ਪੁਆਇੰਟ ਹੈ ਨੈਸ਼ਨਲ ਚੈਂਪੀਅਨਸ਼ਿਪਸ ਫॉर ਵੂਮੈਨ ਆਰਗੇਨਾਈਜ਼ਡ ਬਾਏ ਸਪੋਰਟਸ ਅਥਾਰਟੀ ਆਫ ਇੰਡੀਆ। ਨੈਸ਼ਨਲ ਲੈਵਲ ਦੀ ਕੋਈ ਵੀ ਚੈਂਪੀਅਨਸ਼ਿਪ ਜਿਹੜੀ ਵੂਮੈਨ ਦੇ ਲਈ ਕਰਵਾਈ ਗਈ ਹੋਵੇ, ਸਪੋਰਟਸ ਅਥਾਰਟੀ ਇੰਡੀਆ ਦੁਆਰਾ ਆਰਗੇਨਾਈਜ਼ ਕੀਤੀ ਗਈ ਹੋਵੇ, ਇਹਨਾਂ ਦੇ ਲਈ ਵੀ ਜਿਹੜਾ ਗ੍ਰੇਡ ਬੀ ਮਿਲੇਗਾ। ਥਰਡ ਪੁਆਇੰਟ ਹੈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਆਰਗੇਨਾਈਜ਼ਡ ਬਾਏ ਰਿਕੋਗਨਾਈਜ਼ਡ ਨੈਸ਼ਨਲ ਫੈਡਰੇਸ਼ਨ ਆਫ ਦੈਟ ਗੇਮ। ਜਿਹੜੀਆਂ ਵੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਆਰਗੇਨਾਈਜ਼ ਕੀਤੀਆਂ ਜਾਂਦੀਆਂ ਉਸ ਗੇਮ ਦੀ ਨੈਸ਼ਨਲ ਫੈਡਰੇਸ਼ਨ ਦੇ ਦੁਆਰਾ, ਸੰਬੰਧਿਤ ਗੇਮ ਦੀ ਨੈਸ਼ਨਲ ਕੌਮੀ ਫੈਡਰੇਸ਼ਨ ਦੇ ਦੁਆਰਾ ਅੰਡਰ ਦਾ ਬੈਨਰ ਆਫ ਇੰਡੀਅਨ ਓਲੰਪਿਕ ਐਸੋਸੀਏਸ਼ਨ, ਔਰ ਉਹ ਜਿਹੜੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਕਰਵਾਈਆਂ ਗਈਆਂ ਹੁਣ। ਵੇਅਰ ਐਟ ਲੀਸਟ 10 ਸਟੇਟਸ ਹੈ ਪਾਰਟੀਸਪੇਟਡ, ਜਿੱਥੇ ਘੱਟੋ ਘੱਟ 10 ਸਟੇਟਸ ਨੇ ਪਾਰਟੀਸਪੇਟ ਕੀਤਾ ਹੋਵੇ, 10 ਰਾਜਾਂ ਨੇ ਪਾਰਟੀਸਪੇਟ ਕੀਤਾ ਹੋਵੇ ਉਸ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ। ਇਹਨਾਂ ਖਿਡਾਰੀਆਂ ਦੇ ਲਈ ਵੀ ਗ੍ਰੇਡ ਬੀ ਸਰਟੀਫਿਕੇਟ ਹੈ ਜਿਹੜਾ ਮਿਲੇਗਾ। ਫੋਰਥ ਪੁਆਇੰਟ ਹੈ ਆਲ ਇੰਡੀਆ ਇੰਟਰ ਯੂਨੀਵਰਸਿਟੀਜ਼ ਕੰਪੀਟੀਸ਼ਨਸ। ਆਲ ਇੰਡੀਆ ਇੰਟਰ ਯੂਨੀਵਰਸਿਟੀ ਆਪਸੀ ਯੂਨੀਵਰਸਿਟੀਆਂ ਦੇ ਜਿਹੜੇ ਅੰਤਰ ਯੂਨੀਵਰਸਿਟੀ ਕੰਪੀਟੀਸ਼ਨ ਹੁੰਦੇ ਆ, ਮੁਕਾਬਲੇ ਹੁੰਦੇ ਆ ਆਲ ਇੰਡੀਆ ਦੇ, ਇੰਡੀਆ ਲੈਵਲ 'ਤੇ, ਉਹਨਾਂ ਦੇ ਵਿੱਚ, ਜਾਂ ਨੈਸ਼ਨਲ ਸਕੂਲ ਗੇਮਸ ਅੰਡਰ 17 ਐਂਡ ਅੰਡਰ 19, ਜਿਹੜੀਆਂ ਨੈਸ਼ਨਲ ਸਕੂਲ ਗੇਮਸ ਹੁੰਦੀਆਂ ਅੰਡਰ 17 ਔਰ 19 ਗਰੁੱਪ ਦੇ ਵਿੱਚ, ਜਾਂ ਆਲ ਇੰਡੀਆ ਰੂਰਲ ਸਪੋਰਟਸ ਜਿਹੜੀਆਂ ਹੁੰਦੀਆਂ, ਇਹਨਾਂ ਦੇ ਖਿਡਾਰੀਆਂ ਦੇ ਲਈ ਵੀ ਗ੍ਰੇਡ ਬੀ ਸਰਟੀਫਿਕੇਟ ਹੈ। ਉਸ ਤੋਂ ਬਾਅਦ 5ਵਾਂ ਪੁਆਇੰਟ ਹੈ ਮੈਡਲ ਵਿਨਰਸ ਆਫ ਪੰਜਾਬ ਸਕੂਲ ਟੀਮਸ। ਜਿਹੜੇ ਵੀ ਪੰਜਾਬ ਸਕੂਲਸ ਟੀਮ ਦੇ ਮੈਡਲ ਵਿਨਰਸ ਹੋਣਗੇ, ਕੇਂਦਰੀ ਵਿਦਿਆਲਿਆ ਸਕੂਲਸ ਦੇ ਮੈਡਲ ਵਿਨਰ ਹੋਣਗੇ, ਐਂਡ ਨਵੋਦਿਆ ਸੰਗਠਨ ਸਕੂਲਸ ਟੀਮਸ ਇਨ ਸਕੂਲ ਨੈਸ਼ਨਲ ਚੈਂਪੀਅਨਸ਼ਿਪਸ। ਜਿਹੜੇ ਵੀ ਸਕੂਲ ਨੈਸ਼ਨਲ ਚੈਂਪੀਅਨਸ਼ਿਪਸ ਹੋਈਆਂ ਉਹ ਇਹਨਾਂ ਸਕੂਲਾਂ ਦੇ ਜਿਹੜੇ ਵੀ ਖਿਡਾਰੀ ਹੋਣਗੇ ਉਹ ਉਹਨਾਂ ਦੇ ਮੈਡਲ ਵਿਨਰ ਹੈ ਜਿਹੜੇ, ਉਹਨਾਂ ਨੂੰ ਵੀ ਗ੍ਰੇਡ ਬੀ ਹੈ ਜਿਹੜਾ ਮਿਲੇਗਾ। ਬਟ ਇੱਥੇ ਕੰਡੀਸ਼ਨ ਇਹ ਲਿਖੀ ਹੈ ਕਿ ਸਕੂਲ ਮਸਟ ਵੀ ਸਿਚੁਏਟਡ ਇਨ ਪੰਜਾਬ। ਉਹਨਾਂ ਦਾ ਜਿਹੜਾ ਸਕੂਲ ਹੈ ਜਿੱਥੇ ਉਹ ਪੜ੍ਹਦੇ ਹੈ, ਜਿਹੜੇ ਸਕੂਲ ਵੱਲੋਂ ਉਹਨਾਂ ਨੇ ਪਾਰਟੀਸਪੇਟ ਕੀਤਾ ਔਰ ਮੈਡਲ ਜਿੱਤੇ ਹੈ, ਤਾਂ ਉਹ ਸਕੂਲ ਜਿਹੜੀ ਸਕੂਲ ਵੱਲੋਂ ਖੇਡੇ ਉਹ ਪੰਜਾਬ ਦੇ ਵਿੱਚ ਹੋਣਾ ਕੰਪਲਸਰੀ ਹੈ, ਪੰਜਾਬ ਦਾ ਸਕੂਲ ਹੋਣਾ ਚਾਹੀਦਾ। 6ਵਾਂ ਪੁਆਇੰਟ ਹੈ ਯੂਥ ਨੈਸ਼ਨਲ ਚੈਂਪੀਅਨਸ਼ਿਪ ਅੰਡਰ ਏਜ ਗਰੁੱਪ 21, 19, 18, 17, 21, 19, 18 ਅਤੇ 17। ਇਸ ਏਜ ਗਰੁੱਪ ਦੇ ਵਿੱਚ ਯੂਥ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਹੋਈ ਕੋਈ ਵੀ, ਜਿੱਥੇ ਖਿਡਾਰੀਆਂ ਨੇ ਪਾਰਟੀਸਪੇਟ ਕੀਤਾ ਔਰ ਮੈਡਲ ਵਿਨਰ ਬਣੇ, ਜਾਂ ਨੈਸ਼ਨਲ ਲੈਵਲ ਖੇਲੋ ਇੰਡੀਆ ਟੂਰਨਾਮੈਂਟ ਅੰਡਰ 16 ਐਂਡ ਅਬਵ, ਅੰਡਰ 16 ਏਜ ਗਰੁੱਪ ਜਾਂ ਇਸ ਤੋਂ ਉੱਪਰ ਦੇ ਏਜ ਗਰੁੱਪ ਦੇ ਵਿੱਚ ਨੈਸ਼ਨਲ ਲੈਵਲ ਖੇਲੋ ਇੰਡੀਆ ਟੂਰਨਾਮੈਂਟ ਖੇਡਿਆ, ਜਾਂ ਆਲ ਇੰਡੀਆ ਰੂਰਲ ਮੀਟ ਅੰਡਰ
age 16 organized by SAI Sports of Authority of India SAI Sports Authority of India ਦੇ ਵੱਲੋਂ ਅੰਡਰ ਏਜ 16 ਜਿਹੜੇ ਗਰੁੱਪ ਦੇ ਵਿੱਚ ਆਲ ਇੰਡੀਆ ਰੂਰਲ ਕੋਈ ਐਥਲੈਟਿਕ ਮੀਟ ਜਾਂ ਸਪੋਰਟਸ ਮੀਟ ਕਰਵਾਈ ਗਈ, ਉਹਦੇ ਵਿੱਚ ਜਿਹੜੇ ਖਿਡਾਰੀ ਗਏ ਉਹਨਾਂ ਨੇ ਪੋਜੀਸ਼ਨਸ ਹਾਸਲ ਕੀਤੀਆਂ, ਤਾਂ ਉਹਨਾਂ ਦੇ ਲਈ ਵੀ ਗ੍ਰੇਡ B ਸਰਟੀਫਿਕੇਟ ਹੈ ਜਿਹੜਾ ਉਹ ਮਿਲਣਯੋਗ ਹੋਏਗਾ, ਜਿਨ੍ਹਾਂ ਦੀਆਂ ਟੌਪ 3 ਪੋਜੀਸ਼ਨਸ ਹੋਣਗੀਆਂ। ਇਹਦਾ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਅਗਲੀ ਜਿਹੜੀ ਹੈ ਗ੍ਰੇਡ C ਦੀ ਆਪਾਂ ਗੱਲ ਕਰਾਂਗੇ। ਗ੍ਰੇਡ C ਦੇ ਜਿਹੜੇ ਕੈਂਡੀਡੇਟਸ ਨੇ ਕਿਹੜੇ ਐਲੀਜੀਬਲ ਹੋਣਗੇ ਗ੍ਰੇਡ C ਲਈ। Sportsmen, women who have achieved first, second and third position in the following tournaments, championships, meets will only be graded। ਜਿਨ੍ਹਾਂ ਨੇ ਪਹਿਲੀ ਦੂਜੀ ਇਹਦੇ ਵਿੱਚ ਹੈ ਪੰਜਾਬ ਸਟੇਟ ਚੈਂਪੀਅਨਸ਼ਿਪਸ ਫॉर ਸੀਨੀਅਰ ਐਂਡ ਜੂਨੀਅਰ ਆਰਗੇਨਾਈਜ਼ਡ ਬਾਏ ਪੰਜਾਬ ਸਪੋਰਟਸ ਡਿਪਾਰਟਮੈਂਟ, ਪੰਜਾਬ ਸਟੇਟ ਸਪੋਰਟਸ ਐਸੋਸੀਏਸ਼ਨਸ ਐਫੀਲੀਏਟਡ ਰਿਕੋਗਨਾਈਜ਼ਡ ਬਾਏ POA ਜਾਂ IOA। ਜਿਹੜੀਆਂ ਵੀ ਪੰਜਾਬ ਸਟੇਟ ਚੈਂਪੀਅਨਸ਼ਿਪਸ ਹੋਣਗੀਆਂ ਸੀਨੀਅਰ ਐਂਡ ਜੂਨੀਅਰ ਲੈਵਲ ਦੀਆਂ, ਜਿਹੜੀਆਂ ਆਰਗੇਨਾਈਜ਼ ਕੀਤੀਆਂ ਜਾਣਗੀਆਂ ਪੰਜਾਬ ਸਪੋਰਟਸ ਡਿਪਾਰਟਮੈਂਟ ਦੇ ਵੱਲੋਂ ਜਾਂ ਪੰਜਾਬ ਸਟੇਟ ਸਪੋਰਟਸ ਐਸੋਸੀਏਸ਼ਨ ਕਿਸੇ ਦੇ ਵੀ ਵੱਲੋਂ ਆਰਗੇਨਾਈਜ਼ ਕੀਤੀ ਗਈ, ਜਿਹੜੀ ਕਿ ਐਫੀਲੀਏਟ ਹੋਵੇ, ਰਿਕੋਗਨਾਈਜ਼ਡ ਹੋਵੇ, POA ਜਾਂ IOA ਇੰਡੀਅਨ ਓਲੰਪਿਕ ਐਸੋਸੀਏਸ਼ਨ ਜਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਵੱਲੋਂ। ਸੋ ਉਹਨਾਂ ਦੇ ਜਿਹੜੇ ਪਲੇਅਰਸ ਫਸਟ, ਸੈਕੰਡ, ਥਰਡ ਪੋਜੀਸ਼ਨ ਇਹਨਾਂ ਚੈਂਪੀਅਨਸ਼ਿਪਸ ਦੇ ਵਿੱਚੋਂ ਲੈਣਗੇ, ਉਹਨਾਂ ਨੂੰ ਗ੍ਰੇਡ C ਸਰਟੀਫਿਕੇਟ ਮਿਲਣਯੋਗ ਹੋਏਗਾ। ਦੂਸਰਾ ਪੁਆਇੰਟ ਹੈ ਸਟੇਟ ਸਕੂਲ ਗੇਮਸ। ਜਿਹੜੀਆਂ ਵੀ ਸਕੂਲ ਗੇਮਸ ਹੋਈਆਂ ਔਰ ਸਟੇਟ ਲੈਵਲ ਦੇ ਕੰਪੀਟੀਸ਼ਨ ਦੇ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਕੀਤਾ। ਇੰਟਰ ਡਿਸਟ੍ਰਿਕਟ ਸਕੂਲ ਗੇਮਸ, ਜਿਹੜੀਆਂ ਵੀ ਇੰਟਰ ਡਿਸਟ੍ਰਿਕਟ ਸਕੂਲ ਗੇਮਸ ਹੋਈਆਂ, ਜਿਹੜੀਆਂ ਆਰਗੇਨਾਈਜ਼ ਕੀਤੀਆਂ ਗਈਆਂ ਐਜੂਕੇਸ਼ਨ ਸਪੋਰਟਸ ਡਿਪਾਰਟਮੈਂਟ ਦੇ ਵੱਲੋਂ, ਸਿੱਖਿਆ ਵਿਭਾਗ ਦੇ ਵੱਲੋਂ ਜਾਂ ਖੇਡ ਵਿਭਾਗ ਦੇ ਵੱਲੋਂ ਆਰਗੇਨਾਈਜ਼ ਕੀਤੀਆਂ ਗਈਆਂ ਸਟੇਟ ਲੈਵਲ ਦੀਆਂ ਸਕੂਲ ਗੇਮਸ ਜਾਂ ਇੰਟਰ ਡਿਸਟ੍ਰਿਕਟ ਸਕੂਲ ਗੇਮਸ ਆਰਗੇਨਾਈਜ਼ ਕੀਤੀਆਂ, ਔਰ ਉਹਨਾਂ ਦੇ ਵਿੱਚੋਂ ਜਿਹੜੇ ਖਿਡਾਰੀਆਂ ਨੇ ਫਸਟ, ਸੈਕੰਡ, ਥਰਡ ਜਾਂ ਜਿਹੜੀਆਂ ਖਿਡਾਰੀਆਂ ਦੀ ਟੀਮਸ ਨੇ ਫਸਟ, ਸੈਕੰਡ, ਥਰਡ ਪੋਜੀਸ਼ਨ ਹਾਸਲ ਕੀਤੀ, ਉਹਨਾਂ ਨੂੰ ਗ੍ਰੇਡ C ਸਰਟੀਫਿਕੇਟ ਮਿਲਣਯੋਗ ਹੋਏਗਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਗ੍ਰੇਡ D ਦੀ। ਗ੍ਰੇਡ D ਸਰਟੀਫਿਕੇਟ ਹੈ ਜਿਹੜਾ ਉਹ ਉਹਨਾਂ ਸਪੋਰਟਸਮੈਨ ਨੂੰ ਜਾਂ ਵੂਮੈਨ ਨੂੰ ਮਿਲਣਯੋਗ ਹੋਏਗਾ ਜਿਨ੍ਹਾਂ ਨੇ ਫਸਟ, ਸੈਕੰਡ, ਥਰਡ ਪੋਜੀਸ਼ਨ ਹਾਸਲ ਕੀਤੀ ਹੈ ਟੂਰਨਾਮੈਂਟਸ ਦੇ ਵਿੱਚ, ਚੈਂਪੀਅਨਸ਼ਿਪ ਮੀਟਸ ਦੇ ਵਿੱਚ, ਜਿਹੜੀਆਂ ਕਿ 3 ਕੈਟੇਗਰੀ ਦੇ ਵਿੱਚ ਆਉਂਦੀਆਂ। ਫਸਟ ਪੁਆਇੰਟ ਹੈ ਇੰਟਰ ਕਾਲਜ ਟੂਰਨਾਮੈਂਟ ਇਨਕਲੂਡਿੰਗ ਪੰਜਾਬ ਟੈਕਨੀਕਲ ਯੂਨੀਵਰਸਿਟੀ। ਇੰਟਰ ਕਾਲਜ ਟੂਰਨਾਮੈਂਟ ਦੇ ਵਿੱਚ ਪਾਰਟੀਸਪੇਟ ਕਰਨ ਤੋਂ ਬਾਅਦ ਖਿਡਾਰੀ ਜਾਂ ਟੀਮਾਂ ਨੇ ਫਸਟ, ਸੈਕੰਡ, ਥਰਡ ਪੋਜੀਸ਼ਨ ਪ੍ਰਾਪਤ ਕੀਤੀ, ਜਿਨ੍ਹਾਂ ਦੇ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜਿਹੜੇ ਕਾਲਜਸ ਨੇ ਉਹਨਾਂ ਦੀਆਂ ਇੰਟਰ ਕਾਲਜ ਟੂਰਨਾਮੈਂਟਸ ਦੇ ਵੀ ਜਿਹੜੇ ਖਿਡਾਰੀ ਐਲੀਜੀਬਲ ਹੋਣਗੇ। ਸੈਕੰਡ ਪੁਆਇੰਟ ਹੈ ਡਿਸਟ੍ਰਿਕਟ ਟੂਰਨਾਮੈਂਟਸ ਕੰਡਕਟਡ ਬਾਏ ਰੀਆਰਗੇਨਾਈਜੇਸ਼ਨ ਪੰਜਾਬ ਸਟੇਟ ਸਪੋਰਟਸ ਐਸੋਸੀਏਸ਼ਨ। ਪੰਜਾਬ ਸਟੇਟ ਸਪੋਰਟਸ ਐਸੋਸੀਏਸ਼ਨ ਦੇ ਵੱਲੋਂ ਡਿਸਟ੍ਰਿਕਟ ਲੈਵਲ ਦੇ ਕੋਈ ਟੂਰਨਾਮੈਂਟ ਕਰਵਾਏ ਗਏ, ਉਹਨਾਂ ਦੇ ਵਿੱਚੋਂ ਫਸਟ, ਸੈਕੰਡ, ਥਰਡ ਆਉਣ ਵਾਲੇ ਖਿਡਾਰੀ ਜਾਂ ਟੀਮਾਂ ਨੂੰ ਗ੍ਰੇਡ D ਮਿਲੇਗਾ। ਥਰਡ ਹੈ ਇੰਟਰ ਸਕੂਲ ਟੂਰਨਾਮੈਂਟ ਆਰਗੇਨਾਈਜ਼ਡ ਬਾਏ ਐਜੂਕੇਸ਼ਨ ਸਪੋਰਟਸ ਡਿਪਾਰਟਮੈਂਟ। ਇੰਟਰ ਸਕੂਲ ਅੰਤਰ ਸਕੂਲ ਮੁਕਾਬਲੇ ਜਾਂ ਟੂਰਨਾਮੈਂਟ ਜਿਹੜੇ ਐਜੂਕੇਸ਼ਨ ਜਾਂ ਸਪੋਰਟਸ ਡਿਪਾਰਟਮੈਂਟ ਦੇ ਵੱਲੋਂ ਕੰਡਕਟ ਕਰਵਾਏ ਗਏ, ਆਰਗੇਨਾਈਜ਼ ਕਰਵਾਏ ਗਏ, ਇਹਨਾਂ ਖਿਡਾਰੀਆਂ ਨੂੰ ਜਿਹੜੇ ਫਸਟ, ਸੈਕੰਡ, ਥਰਡ ਪੋਜੀਸ਼ਨ ਲੈਣਗੇ ਉਹਨਾਂ ਨੂੰ ਗ੍ਰੇਡ D ਹੈ ਜਿਹੜਾ ਉਹ ਮਿਲਣਯੋਗ ਹੋਏਗਾ। ਸੋ ਇਹ ਸੀ ਗ੍ਰੇਡੇਸ਼ਨ, ਗ੍ਰੇਡ A, B, C, D ਕਿਹੜੇ ਖਿਡਾਰੀਆਂ ਨੂੰ ਮਿਲੇਗਾ ਜਾਂ ਕਿਹੜੀਆਂ ਟੀਮਾਂ ਨੂੰ ਮਿਲੇਗਾ। ਹੁਣ ਇਹਦੀ ਐਲੀਜੀਬਿਲਿਟੀ ਦੀ ਗੱਲ ਕਰਦੇ ਹਾਂ, ਕਿਹੜੇ ਖਿਡਾਰੀ ਆ ਜਿਹੜੇ ਜਾਂ ਕਿਸ ਖਿਡਾਰੀ ਨੂੰ ਇਹ ਜਿਹੜੇ A, B, C, D ਗ੍ਰੇਡੇਸ਼ਨ ਹੈ ਉਹ ਮਿਲੇਗੀ। ਇਹਦੇ 'ਚ ਲਿਖਿਆ ਹੈ ਕਿ ਜਿਹੜੇ ਵੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਖਿਡਾਰੀ ਹੈ, ਜਿਹੜੇ ਪੰਜਾਬ ਦੇ ਡੋਮੀਸਾਈਲ ਖਿਡਾਰੀ ਹੈ ਜਾਂ ਉਹਨਾਂ ਨੇ ਇੰਡੀਵਿਜੂਅਲ ਗੇਮ ਦੇ ਵਿੱਚ ਜਾਂ ਟੀਮ ਗੇਮ ਦੇ ਵਿੱਚ ਹਿੱਸਾ ਲਿਆ ਐਜ਼ ਪੰਜਾਬ ਨੋਮਨੀ, ਉਹਨਾਂ ਖਿਡਾਰੀਆਂ ਨੂੰ ਜਿਹੜੇ ਇਹ ਗ੍ਰੇਡੇਸ਼ਨ ਹੈ ਉਹ ਮਿਲਣਯੋਗ ਹੋਏਗੀ। ਜਿਹੜੇ ਪੰਜਾਬ ਤੋਂ ਇਲਾਵਾ ਹੋਰ ਕਿਸੇ ਸਟੇਟ ਦੇ ਰੈਜ਼ੀਡੈਂਟ ਨੇ, ਵਸਨੀਕ ਖਿਡਾਰੀ ਨੇ ਜਾਂ ਚੰਡੀਗੜ੍ਹ ਦੇ ਹੈ ਜਿਨ੍ਹਾਂ ਨੇ ਪੰਜਾਬ ਰਿਪਰੈਜ਼ੈਂਟ ਨਹੀਂ ਕੀਤਾ ਕਿਸੇ ਕੰਪੀਟੀਸ਼ਨ ਦੇ ਵਿੱਚ ਐਜ਼ ਪੰਜਾਬ ਨੋਮਨੀ ਨਹੀਂ ਗਏ, ਤਾਂ ਉਹਨਾਂ ਨੂੰ ਇਹ ਜਿਹੜਾ ਐਲੀਜੀਬਲ ਨਹੀਂ ਹੋਣਗੇ, ਉਹ ਯੋਗ ਨਹੀਂ ਹੋਣਗੇ, ਅਯੋਗ ਕਰਾਰ ਦਿੱਤੇ ਜਾਣਗੇ। ਸੋ ਪੰਜਾਬ ਦੇ ਵਸਨੀਕ ਖਿਡਾਰੀ ਆ ਜਿਹੜੇ ਉੱਪਰ ਜਿਹੜੇ ਤੁਹਾਨੂੰ ਦੱਸਿਆ ABCD ਗ੍ਰੇਡੇਸ਼ਨ ਸਰਟੀਫਿਕੇਟ ਉਹ ਲੈਣ ਦੇ ਯੋਗ ਹੋਣਗੇ। ਸੋ ਐਲੀਜੀਬਿਲਿਟੀ ਲਈ ਇਹੀ ਜਿਹੜਾ ਮੇਨ ਪੁਆਇੰਟ ਹੈ। ਸਪੋਰਟਸ ਜਿਹੜੀਆਂ ਕਿਹੜੀਆਂ ਇਹਦੇ ਵਿੱਚ ਕਵਰ ਕੀਤੀਆਂ ਗਈਆਂ, ਕਿਹੜੀਆਂ ਖੇਡਾਂ ਜਿਹੜੀਆਂ ਸ਼ਾਮਿਲ ਕੀਤੀਆਂ ਗਈਆਂ ਇਹ ਗ੍ਰੇਡੇਸ਼ਨ ਕਰਨ ਦੇ ਲਈ। ਇਹਦੇ ਵਿੱਚ ਫਸਟ ਪੁਆਇੰਟ ਹੈ ਦੋਜ਼ ਸਪੋਰਟਸ ਗੇਮਸ ਵਿਚ ਆਰ ਇਨਕਲੂਡਡ ਇਨ ਪੰਜਾਬ ਸਪੋਰਟਸ ਗ੍ਰੇਡੇਸ਼ਨ ਪਾਲਿਸੀ। ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ ਹੁਣ ਗ੍ਰੇਡੇਸ਼ਨ ਪਾਲਿਸੀ, ਪੰਜਾਬ ਸਟੇਟ ਗ੍ਰੇਡੇਸ਼ਨ ਪਾਲਿਸੀ ਦੇ ਵਿੱਚ ਜਿਹੜੀਆਂ ਵੀ ਗੇਮਾਂ ਜਾਂ ਜਿਹੜੇ ਸਪੋਰਟ ਇਵੈਂਟ ਹੈ ਉਹ ਸ਼ਾਮਿਲ ਕੀਤੇ ਗਏ ਨੇ, ਉਹ ਅਨੈਕਸਚਰ 1 'ਤੇ ਰੱਖੇ ਗਏ ਨੇ ਇਸ PDF ਕਾਪੀ ਦੇ ਵਿੱਚ। ਤੁਹਾਨੂੰ ਇਹ ਵੀ ਲਿਸਟ ਅੱਗੇ ਡਿਸਕਸ ਕਰਾਂਗੇ ਆਪਾਂ ਕਿਹੜੀਆਂ ਗੇਮਸ ਨੇ। ਸੈਕੰਡ ਹੈ ਦੋਜ਼ ਸਪੋਰਟਸ ਗੇਮਸ ਵਿਚ ਆਰ ਇਨਕਲੂਡਡ ਇਨ ਓਲੰਪਿਕ, ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ। ਜਿਹੜੀਆਂ ਵੀ ਗੇਮਸ ਓਲੰਪਿਕ ਦੇ ਵਿੱਚ, ਕਾਮਨਵੈਲਥ ਗੇਮਸ ਦੇ ਵਿੱਚ ਜਾਂ ਏਸ਼ੀਅਨ ਗੇਮਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ, ਉਹ ਗੇਮਾਂ ਵੀ ਜਿਹੜੀਆਂ ਗ੍ਰੇਡੇਸ਼ਨ ਲਈ ਐਲੀਜੀਬਲ ਹੋਣਗੀਆਂ। ਥਰਡ ਹੈ ਫॉर ਇੰਟਰਨੈਸ਼ਨਲ, ਏਸ਼ੀਅਨ, ਕਾਮਨਵੈਲਥ ਟੂਰਨਾਮੈਂਟਸ ਦ ਇੰਡੀਵਿਜੂਅਲ ਟੀਮ ਸ਼ੁੱਡ ਬੀ ਸੈਂਟ
स्पॉन्सर्ड बाय मिनिस्ट्री ऑफ स्पोर्ट्स एंड यूथ अफेयर्स और स्पोर्ट्स अथॉरिटी ऑफ इंडिया और नैशनल लैवल स्पोर्ट्स फैडरेशन एफिलेटेड टू इंडियन ओलंपिक एसोसीएशन ਜਿਹੜੇ ਵੀ ਇੰਟਰਨੈਸ਼ਨਲ ਜਾਂ ਏਸ਼ੀਅਨ ਜਾਂ ਕਾਮਨਵੈਲਥ ਟੂਰਨਾਮੈਂਟਸ ਦੇ ਲਈ ਜਿਹੜੇ ਵੀ ਇੰਡੀਵਿਜੂਅਲ ਖਿਡਾਰੀ ਜਾਂ ਟੀਮਸ ਜਿਹੜੀਆਂ ਭੇਜੀਆਂ ਗਈਆਂ ਸਪਾਂਸਰ ਕੀਤੀਆਂ ਗਈਆਂ ਉਹ ਸਪਾਂਸਰ ਕੀਤੀਆਂ ਗਈਆਂ ਹੁਣ ਮਿਨਿਸਟਰੀ ਆਫ ਸਪੋਰਟਸ ਐਂਡ ਯੂਥ ਅਫੇਅਰਸ ਦੇ ਦੁਆਰਾ ਜਾਂ ਸਪੋਰਟਸ ਅਥਾਰਟੀ ਇੰਡੀਆ ਦੇ ਦੁਆਰਾ ਜਾਂ ਨੈਸ਼ਨਲ ਲੈਵਲ ਸਪੋਰਟਸ ਫੈਡਰੇਸ਼ਨ ਜਿਹੜੀ ਕਿ ਐਫੀਲੇਟਡ ਹੋਵੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਦੁਆਰਾ। ਸੋ ਇਹਨਾਂ ਰਾਹੀਂ ਭੇਜੇ ਗਏ ਜਿਹੜੇ ਖਿਡਾਰੀ ਆ ਜਾਂ ਟੀਮ ਹੈ ਉਹੀ ਕੰਸੀਡਰ ਕੀਤੇ ਜਾਣਗੇ ਇਹਨਾਂ ਦੀ ਗ੍ਰੇਡੇਸ਼ਨ ਦੇ ਲਈ। ਸੋ ਅਗਲਾ ਤੁਹਾਨੂੰ ਰੂਲਸ ਦੀ ਗੱਲ ਕਰਦੇ ਹਾਂ। ਖੇਡਾਂ ਦੀ ਗ੍ਰੇਡੇਸ਼ਨ ਦੀ ਨੀਤੀ ਦੇ ਵਿੱਚ ਜਿਹੜੇ ਸਰਟੀਫਿਕੇਟਸ ਨੇ ਉਹ ਕਿਹੜੇ ਕਿਹੜੇ ਰੂਲ ਦੇ ਤਹਿਤ ਮਿਲਣਗੇ। ਇਹਦੇ 'ਚ 7-8 ਰੂਲ ਬਣਾਏ ਗਏ ਹੈ। ਸੋ ਉਹ ਤੁਹਾਨੂੰ ਲਾਜ਼ਮੀ ਔਰ ਬਹੁਤ ਮਹੱਤਵਪੂਰਨ ਹੈ ਜਾਣਕਾਰੀ ਹੋਣੀ। ਕਈ ਮਾਪਿਆਂ ਨੂੰ ਜਾਂ ਖਿਡਾਰੀਆਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ, ਅਵੇਅਰ ਨਹੀਂ ਹੁੰਦੇ ਅਤੇ ਉਹਨਾਂ ਨੂੰ ਗ੍ਰੇਡੇਸ਼ਨ ਲੈਣ ਦੇ ਸਮੇਂ ਦਿੱਕਤ ਆਉਂਦੀ ਹੈ। ਸੋ ਇਹ ਰੂਲ ਜਾਣਨੇ ਬਹੁਤ ਜ਼ਰੂਰੀ ਹੈ। ਤੁਸੀਂ PDF ਕਾਪੀ ਡਾਊਨਲੋਡ ਕਰਕੇ ਉੱਥੋਂ ਵੀ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ। ਅਦਰਵਾਈਜ਼ ਤੁਹਾਡੇ ਨਾਲ ਇੱਕ ਇੱਕ ਕਰਕੇ ਇੱਥੇ ਵੀ ਡਿਸਕਸ ਕਰਨ ਲੱਗੇ ਹਾਂ। ਸਪੋਰਟਸ ਗ੍ਰੇਡੇਸ਼ਨ ਸਰਟੀਫਿਕੇਟ ਜਿਹੜਾ ਤੁਸੀਂ ਲੈਣਾ ਹੈ ਉਹਦੇ ਲਈ ਜਿਹੜੀਆਂ ਕੰਡੀਸ਼ਨਸ ਰੱਖੀਆਂ ਗਈਆਂ ਨੇ ਉਹ ਇੱਥੇ ਇਸ ਤਰ੍ਹਾਂ ਰੂਲ 4.1 ਰੂਲ 4.2 ਇਸ ਫਾਰਮੈਟ ਦੇ ਵਿੱਚ ਨੇ। ਸੋ ਜਿਹੜਾ ਕਲੇਮ ਕਰਨਾ ਤੁਸੀਂ ਸਰਟੀਫਿਕੇਟ ਤਾਂ ਤੁਸੀਂ ਇਹ ਰੂਲ ਪਹਿਲਾਂ ਤੁਹਾਨੂੰ ਜਾਣਨੇ ਜ਼ਰੂਰੀ ਹੈ। ਇਹਨਾਂ ਰੂਲਾਂ ਦੇ ਤਹਿਤ ਹੀ ਤੁਹਾਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾਣਾ ਹੈ। ਰੂਲ 4.1 ਹੈ ਜਿਹੜਾ ਇਨ ਕੇਸ ਆਫ ਟੀਮ ਗੇਮ ਦਾ ਸਪੋਰਟਸ ਪਰਸਨ ਸ਼ੁੱਡ ਹੈਵ ਬੀਨ ਐਨ ਐਕਟਿਵ ਪਲੇਅਰ। ਟੀਮ ਗੇਮ ਦੇ ਵਿੱਚ ਐਕਟਿਵ ਪਲੇਅਰ ਹੋਣਾ ਚਾਹੀਦਾ ਹੈ ਔਰ ਉਹਨੇ 35% ਤੋਂ ਘੱਟ ਜਿਹੜੇ ਗੇਮ ਹੈ ਉਹ ਖੇਡੀ ਹੋਵੇ, ਘੱਟ ਨਾ ਹੋਵੇ 35% ਤੋਂ, ਮਤਲਬ ਜਿੰਨੇ ਮੈਚ ਲੱਗੇ ਉਹਦਾ 35% ਉਹਨੇ ਪਲੇਅ ਕੀਤਾ ਹੋਵੇ। ਔਰ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਐਕਟਿਵ ਪਲੇਇੰਗ ਦਾ ਜਿਹੜਾ ਪ੍ਰੂਫ ਹੈ ਉਹ ਦੇਣਾ ਹੋਏਗਾ। ਔਰ ਜਿਹੜੇ ਰਿਜ਼ਰਵ ਕੈਟੇਗਰੀ ਦੇ ਖਿਡਾਰੀ ਨੇ, ਕਿਸੇ ਟੀਮ ਦੇ ਵਿੱਚ ਰਿਜ਼ਰਵ ਖਿਡਾਰੀ ਚਲੇ ਗਏ, ਉਹ ਇਸ ਦੇ ਲਈ ਕੰਸੀਡਰ ਨਹੀਂ ਕੀਤੇ ਜਾਣਗੇ। ਉਹਨਾਂ ਨੂੰ ਐਕਟਿਵ ਪਲੇਅਰ ਨਹੀਂ ਮੰਨਿਆ ਜਾਵੇਗਾ ਜਿਹੜੇ ਰਿਜ਼ਰਵ ਹੋਣਗੇ। ਸੈਕੰਡ ਰੂਲ ਹੈ ਸਬ ਜੂਨੀਅਰ ਟੂਰਨਾਮੈਂਟ ਇਜ਼ ਇਨਐਲੀਜੀਬਲ। ਜਿਹੜੇ ਵੀ ਸਬ ਜੂਨੀਅਰ ਟੂਰਨਾਮੈਂਟ ਦੇ ਵਿੱਚ ਪਾਰਟੀਸਪੇਟ ਕੀਤਾ ਖਿਡਾਰੀਆਂ ਨੇ ਉਹ ਯੋਗ ਨਹੀਂ ਹੋਣਗੇ ਇਸ ਸਰਟੀਫਿਕੇਸ਼ਨ ਦੇ ਲਈ। ਉਸ ਤੋਂ ਬਾਅਦ 4.3 ਰੂਲ ਹੈ ਪਰਫਾਰਮੈਂਸ ਅਚੀਵਡ ਇਨ ਇੰਡੀਵਿਜੂਅਲ ਇਵੈਂਟ ਆਫ ਐਨੀ ਡਿਸਿਪਲਿਨ ਐਂਡ ਇਨ ਟੀਮ ਗੇਮਸ ਵਿਲ ਬੀ ਕੰਸੀਡਰਡ ਓਨਲੀ। ਜੇ ਕਿਸੇ ਖਿਡਾਰੀ ਨੇ ਗ੍ਰੇਡੇਸ਼ਨ ਕਰਵਾਉਣੀ ਹੈ ਤਾਂ ਉਹਦੀ ਪਰਫਾਰਮੈਂਸ ਹੈ ਜਿਹੜੀ ਉਹ ਉਹਦੀ ਕੰਸੀਡਰ ਕੀਤੀ ਜਾਏਗੀ, ਚਾਹੇ ਉਹ ਇੰਡੀਵਿਜੂਅਲ ਹੋਵੇ ਚਾਹੇ ਟੀਮ ਗੇਮ ਹੋਵੇ। ਥਰੂ ਜੇ ਉਹ ਅਚੀਵ ਕੀਤੀ ਗਈ ਜਿਹੜੀ ਥਰੂ ਕੰਪੀਟੀਸ਼ਨ ਵਿਦ 7 ਔਰ ਮੋਰ ਕੰਪੀਟੀਟਰਸ ਇਨ ਇੰਡੀਵਿਜੂਅਲ ਇਵੈਂਟ। ਜੇ ਇੰਡੀਵਿਜੂਅਲ ਇਵੈਂਟ ਦੇ ਵਿੱਚ ਖਿਡਾਰੀ ਗ੍ਰੇਡੇਸ਼ਨ ਚਾਹੁੰਦਾ ਤਾਂ ਘੱਟੋ ਘੱਟ 7 ਕੰਪੀਟੀਸ਼ਨ ਉਹਨੇ ਖੇਡੇ ਹੋਣ, 7 ਕੰਪੀਟੀਸ਼ਨ ਲੜੇ ਹੋਣ। ਔਰ ਜੇ ਟੀਮ ਦੇ ਵਿੱਚ ਉਹ ਅਚੀਵਮੈਂਟ ਆਪਣੀ ਸਰਟੀਫਿਕੇਟ ਲੈਣਾ ਚਾਹੁੰਦਾ ਗ੍ਰੇਡੇਸ਼ਨ ਦਾ ਤਾਂ ਘੱਟੋ ਘੱਟ 10 ਜਾਂ ਇਸ ਤੋਂ ਜ਼ਿਆਦਾ ਯੂਨਿਟਸ ਦੇ ਵਿੱਚ ਕੰਪੀਟੀਸ਼ਨ ਉਹਨੇ ਲੜਿਆ ਹੋਵੇ। ਫॉर ਨੈਸ਼ਨਲ ਗੇਮਸ ਦਾ ਕੰਪੀਟੀਸ਼ਨ ਹੈਲਡ ਅਮੰਗ 8 ਔਰ ਮੋਰ ਦੈਨ 8 ਟੀਮਸ ਸ਼ੈਲ ਬੀ ਕੰਸੀਡਰ। ਨੈਸ਼ਨਲ ਗੇਮਸ ਨੇ ਜਿਹੜੀਆਂ ਉਹਨਾਂ ਦੇ ਲਈ ਕਲੇਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਸਰਟੀਫਿਕੇਸ਼ਨ ਗ੍ਰੇਡੇਸ਼ਨ, ਤਾਂ ਤੁਸੀਂ 8 ਜਾਂ 8 ਤੋਂ ਜ਼ਿਆਦਾ ਟੀਮਾਂ ਦੇ ਨਾਲ ਜਿਹੜੇ ਕੰਪੀਟੀਸ਼ਨ ਹੈ ਉਹ ਲੜੇ ਹੋਣ ਤਾਂ ਕੰਸੀਡਰ ਕੀਤਾ ਜਾਏਗਾ। 4.4 ਹੈ ਰੂਲ those players who are residents domiciled in Punjab will also be included in the gradation policy who during their college studies in Chandigarh have achieved the positions in different inter-college competitions and all India inter-university competitions organized by Punjab University Chandigarh। ਜਿਹੜੇ ਪੜ੍ਹਾਈ ਦੇ ਦੌਰਾਨ ਵਿਦਿਆਰਥੀ ਚਾਹੇ ਉਹ ਪੰਜਾਬ ਦੇ ਵਸਨੀਕ ਨੇ ਪਰ ਉਹ ਆਪਣੀ ਪੜ੍ਹਾਈ ਦੇ ਦੌਰਾਨ ਚੰਡੀਗੜ੍ਹ ਵਿਖੇ ਰਹਿ ਰਹੇ ਸੀ ਔਰ ਪੰਜਾਬ ਯੂਨੀਵਰਸਿਟੀ ਵੱਲੋਂ ਜਿਹੜੇ ਔਰਗੇਨਾਈਜ਼ ਕੀਤੇ ਗਏ ਵੱਖ-ਵੱਖ ਇੰਟਰ ਕਾਲਜ ਜਾਂ ਇੰਟਰ ਯੂਨੀਵਰਸਿਟੀ ਕੰਪੀਟੀਸ਼ਨਸ ਦੇ ਵਿੱਚ ਭਾਗ ਲਿਆ ਤਾਂ ਉਹਨਾਂ ਨੂੰ ਕੰਸੀਡਰ ਕੀਤਾ ਜਾਏਗਾ। ਵਿਲ ਆਲਸੋ ਵੀ ਇਨਕਲੂਡਡ ਇਨ ਦਾ ਗ੍ਰੇਡੇਸ਼ਨ ਪਾਲਿਸੀ। ਇੱਥੇ ਲਿਖਿਆ ਕਿ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਏਗਾ, ਸ਼ਾਮਿਲ ਕੀਤਾ ਜਾਏਗਾ ਇਸ ਗ੍ਰੇਡੇਸ਼ਨ ਪਾਲਿਸੀ ਲਈ, ਐਲੀਜੀਬਲ ਹੋਣਗੇ। ਔਰ ਇੱਥੇ ਨਾਲ ਹੀ ਲਿਖਿਆ ਕਿ ਇਨ ਦੇਅਰ ਕੇਸਿਸ ਗ੍ਰੇਡੇਸ਼ਨ ਸਰਟੀਫਿਕੇਟਸ ਇਸ਼ੂਡ ਬਾਈ ਦਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਿਲ ਵੀ ਕਾਊਂਟਰਸਾਈਨਡ ਬਾਈ ਦਾ ਡਿਪਾਰਟਮੈਂਟ। ਜਿਹੜੇ ਵੀ ਗ੍ਰੇਡੇਸ਼ਨ ਉਹਨਾਂ ਦੇ ਸਰਟੀਫਿਕੇਟ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਕਾਊਂਟਰਸਾਈਨ ਕੀਤਾ ਜਾਏਗਾ ਪੰਜਾਬ ਦੇ ਖੇਡ ਵਿਭਾਗ ਦੇ ਵੱਲੋਂ। ਅਗਲਾ ਰੂਲ ਹੈ 4.5 ਕਲੇਮ ਆਫ ਦਾ resident of Union Territory of Chandigarh will be entertained for counter signature on certificate issued by the Department of Sports UT Chandigarh for international tournaments, championships, senior junior open national championships, national school games only, provided the parents belong to the all India services belonging to Punjab Cadre, Punjab State Services and are posted at Chandigarh during the period of which gradation is being claimed for their awards। ਕਿ ਉਹਨਾਂ ਬੱਚਿਆਂ ਦੇ, ਉਹਨਾਂ ਖਿਡਾਰੀਆਂ ਦੇ ਪੇਰੈਂਟਸ ਨੇ ਜਿਹੜੇ ਆਲ ਇੰਡੀਆ ਸਰਵਿਸਿਜ਼ ਦੇ ਨਾਲ ਬਿਲੋਂਗ ਕਰਦੇ ਹੋਣ ਔਰ ਪੰਜਾਬ ਕੇਡਰ ਦੇ ਹੋਣ ਔਰ ਜਦੋਂ ਉਹ ਕਲੇਮ ਕਰ ਰਹੇ ਆਪਣੀ ਗ੍ਰੇਡੇਸ਼ਨ
ਗੇਮ ਦੀ, ਤਾਂ ਉਹ ਜਦੋਂ ਗੇਮ ਖੇਡੀ ਗਈ ਤਾਂ ਉਹ ਚੰਡੀਗੜ੍ਹ ਪੋਸਟਡ ਹੋਣ, ਉਹਨਾਂ ਦੀ ਪੋਸਟਿੰਗ ਹੈ ਜਿਹੜੀ ਚੰਡੀਗੜ੍ਹ ਵਿਖੇ ਹੋਵੇ, ਤਾਂ ਕਾਊਂਟਰ ਸਾਈਨ ਹੈ ਜਿਹੜੇ ਉਹਨਾਂ ਦੇ ਸਰਟੀਫਿਕੇਟ 'ਤੇ ਜਿਹੜਾ ਯੂਟੀ ਵੱਲੋਂ ਚੰਡੀਗੜ੍ਹ ਵੱਲੋਂ ਜਾਰੀ ਕੀਤਾ ਗਿਆ ਉਹ ਕਾਊਂਟਰ ਸਾਈਨ ਲਈ ਕੰਸੀਡਰ ਕੀਤਾ ਜਾਏਗਾ। 4.6 ਹੈ ਦੋਜ਼ ਪਲੇਅਰਸ ਵਿਲ ਆਲਸੋ ਵੀ ਇਨਕਲੂਡਡ ਇਨ ਗ੍ਰੇਡੇਸ਼ਨ ਪਾਲਿਸੀ ਹੂ ਹੈਜ਼ ਵਨ ਟੀਮ ਇੰਡੀਵਿਜੂਅਲ ਫਸਟ ਸੈਕੰਡ ਐਂਡ ਥਰਡ ਪੋਜੀਸ਼ਨ ਇਨ ਨੈਸ਼ਨਲ ਸਕੂਲ ਗੇਮਸ ਆਰਗੇਨਾਈਜ਼ਡ ਬਾਈ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ SGFI ਦੇ ਵੱਲੋਂ ਸਕੂਲ ਗੇਮਸ ਜਿਹੜੀਆਂ ਕੰਡਕਟ ਕਰਵਾਈਆਂ ਉਹਦੇ ਵਿੱਚ ਫਸਟ ਸੈਕੰਡ ਜਾਂ ਥਰਡ ਪੋਜੀਸ਼ਨ ਲਈ ਉਹਨਾਂ ਨੂੰ ਵੀ ਪਲੇਅਰਸ ਨੂੰ ਸ਼ਾਮਲ ਕੀਤਾ ਜਾਏਗਾ ਗ੍ਰੇਡੇਸ਼ਨ ਦੇ ਲਈ। ਵਾਈਲ ਰਿਪਰੈਜ਼ੈਂਟਿੰਗ ਇੰਡੀਅਨ ਪਬਲਿਕ ਸਕੂਲ ਕਾਉਂਸਲ CBSE ਐਂਡ ਵਿਦਿਆ ਭਾਰਤੀ ਨੈਸ਼ਨਲ ਸਕੂਲ ਮਸਟ ਵੀ ਸਿਚੁਏਟਡ ਇਨ ਪੰਜਾਬ। ਇੱਥੇ ਲਿਖਿਆ ਕਿ ਜਿਹੜੇ IPS ਇੰਡੀਅਨ ਪਬਲਿਕ ਸਕੂਲ ਕਾਉਂਸਲ ਨੂੰ ਰਿਪਰੈਜ਼ੈਂਟ ਕਰ ਰਹੇ ਖਿਡਾਰੀ ਹੈ, ਜਾਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ CBSE ਨੂੰ ਰਿਪਰੈਜ਼ੈਂਟ ਕਰਦੇ, ਜਾਂ ਵਿਦਿਆ ਭਾਰਤੀ ਨੈਸ਼ਨਲ ਟੀਮ ਨੂੰ ਰਿਪਰੈਜ਼ੈਂਟ ਕਰਦੇ, ਬਟ ਉਹਨਾਂ ਦਾ ਸਕੂਲ ਪੰਜਾਬ ਦੇ ਵਿੱਚ ਹੋਣਾ ਚਾਹੀਦਾ। ਔਰ ਉਹਨਾਂ ਨੇ ਜਿਹੜੀ ਨੈਸ਼ਨਲ ਸਕੂਲ ਗੇਮਸ ਆਰਗੇਨਾਈਜ਼ ਕੀਤੀਆਂ ਸੀ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਨੇ, ਉਹਨਾਂ ਦੇ ਵਿੱਚ ਫਸਟ ਸੈਕੰਡ ਜਾਂ ਥਰਡ ਪੋਜੀਸ਼ਨ ਲਈ ਹੈ, ਉਹ ਵੀ ਯੋਗ ਹੋਣਗੇ, ਬਟ ਉਹਨਾਂ ਦੀ ਕੰਡੀਸ਼ਨ ਇਹ ਹੈ ਕਿ ਸਕੂਲ ਪੰਜਾਬ ਦੇ ਵਿੱਚ ਸਥਿਤ ਹੋਣਾ ਚਾਹੀਦਾ ਉਹਨਾਂ ਦਾ। ਰੂਲ ਨੰਬਰ 4.7 ਹੈ ਦ ਐਪਲੀਕੇਸ਼ਨ ਫॉर ਗ੍ਰੇਡੇਸ਼ਨ ਰਿਸੀਵਡ ਫਰੋਮ ਦ ਡਿਸਟ੍ਰਿਕਟ ਸਪੋਰਟਸ ਆਫਿਸ will be processed at the headquarter for final checking of the performance and participation record। ਕਿ ਜਿਹੜੇ ਜ਼ਿਲ੍ਹਾ ਅਫਸਰ ਨੂੰ ਤੁਸੀਂ ਜ਼ਿਲ੍ਹਾ ਖੇਡ ਅਫਸਰ ਸਾਹਿਬਾਨ ਨੂੰ ਆਪਣੀ ਐਪਲੀਕੇਸ਼ਨ ਤੁਸੀਂ ਦਿਓਗੇ, ਸਬਮਿਟ ਕਰਵਾਓਗੇ, ਉਹਦੀ ਪ੍ਰੋਸੈਸਿੰਗ ਹੈ ਜਿਹੜੀ ਹੈੱਡਕੁਆਟਰ 'ਤੇ ਕੀਤੀ ਜਾਏਗੀ। ਅਗਲੀ ਕਾਰਵਾਈ ਹੈ ਉਹਦੀ ਜਿਹੜੀ ਮੁੱਖ ਦਫ਼ਤਰ ਚੰਡੀਗੜ੍ਹ ਮੋਹਾਲੀ ਵਿਖੇ ਕੀਤੀ ਜਾਏਗੀ ਫॉर ਫਾਈਨਲ ਚੈਕਿੰਗ ਆਫ ਦਾ ਪਰਫਾਰਮੈਂਸ ਐਂਡ ਪਾਰਟੀਸਪੇਸ਼ਨ ਰਿਕਾਰਡ, ਕਿ ਉਹ ਪਲੇਅਰ ਨੇ ਵਾਕਈ ਪਰਫਾਰਮੈਂਸ ਉਹਦੀ ਸਹੀ ਹੈ ਔਰ ਪਾਰਟੀਸਪੇਟ ਕੀਤਾ, ਉਹ ਚੈੱਕ ਕਰਨ ਦੇ ਲਈ ਹੈੱਡਕੁਆਟਰ 'ਤੇ ਜਿਹੜਾ ਖੇਡ ਵਿਭਾਗ ਦਾ ਮੁੱਖ ਦਫ਼ਤਰ ਹੈ ਮੋਹਾਲੀ ਵਿਖੇ, ਉੱਥੇ ਉਹਨੂੰ ਪ੍ਰੋਸੈਸ ਕੀਤਾ ਜਾਏਗਾ ਐਪਲੀਕੇਸ਼ਨ ਨੂੰ। If necessary, interviews and field test will be conducted to see the genuineness of the performance and participation level of the applicant through department or recognized state level associations, federations। ਜੇਕਰ ਜ਼ਰੂਰੀ ਹੋਇਆ ਤਾਂ ਜਿਹੜੇ ਖਿਡਾਰੀ ਆਪਣੀ ਗ੍ਰੇਡੇਸ਼ਨ ਕਰਵਾਉਣਾ ਚਾਹੁੰਦੇ ਆ ਤਾਂ ਹੈੱਡਕੁਆਟਰ ਵੱਲੋਂ ਉਹਨਾਂ ਦੀ ਪਰਫਾਰਮੈਂਸ ਅਤੇ ਪਾਰਟੀਸਪੇਸ਼ਨ ਲੈਵਲ ਚੈੱਕ ਕਰਨ ਦੇ ਲਈ ਜਾਂ ਤਾਂ ਡਿਪਾਰਟਮੈਂਟ ਵੱਲੋਂ ਖੁਦ ਜਾਂ ਰਿਕੋਗਨਾਈਜ਼ਡ ਸਟੇਟ ਲੈਵਲ ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਦੇ ਰਾਹੀਂ ਉਹਨਾਂ ਦੀ ਜਿਹੜੀ ਪਰਫਾਰਮੈਂਸ ਚੈੱਕ ਕਰਨ ਦੇ ਲਈ ਜਾਂ ਪਾਰਟੀਸਪੇਸ਼ਨ ਚੈੱਕ ਕਰਨ ਦੇ ਲਈ ਇੰਟਰਵਿਊ ਵੀ ਰੱਖੀ ਜਾ ਸਕਦੀ ਹੈ ਜਾਂ ਫੀਲਡ ਟੈਸਟ ਵੀ ਕਰਵਾਇਆ ਜਾ ਸਕਦਾ ਹੈ। ਇਸੇ ਐਕਸੈਪਸ਼ਨਲ ਕੇਸ ਦੇ ਵਿੱਚ ਤਾਂ ਇਹ ਮੰਨ ਕੇ ਤੁਸੀਂ ਚੱਲੋ ਕਿ ਤੁਹਾਡਾ ਇੰਟਰਵਿਊ ਜਾਂ ਫੀਲਡ ਟੈਸਟ ਵੀ ਹੋ ਸਕਦਾ ਹੈ ਜੇ ਜ਼ਰੂਰਤ ਪੈਂਦੀ ਹੈ ਤਾਂ। 4.8 ਰੂਲ ਹੈ ਡਾਇਰੈਕਟਰ ਸਪੋਰਟਸ ਪੰਜਾਬ ਹੂ ਵਿਲ ਇਸ਼ੂ ਦਾ ਸਰਟੀਫਿਕੇਟ ਵਿਲ ਆਲਸੋ ਹੈਵ the authority to cancel any certificate at any time if it is found to have been issued on false in an information or record। ਜੇਕਰ ਕਦੇ ਵੀ ਇਹ ਪਾਇਆ ਜਾਂਦਾ ਕਿ ਕੋਈ ਸਰਟੀਫਿਕੇਟ ਜਿਹੜਾ ਇਸ਼ੂ ਹੋਇਆ ਉਹ ਗਲਤ ਇਨਫੋਰਮੇਸ਼ਨ ਜਾਂ ਝੂਠੀ ਇਨਫੋਰਮੇਸ਼ਨ ਜਾਂ ਰਿਕਾਰਡ ਦੇ ਬੇਸਿਸ 'ਤੇ ਇਸ਼ੂ ਕਰਵਾਇਆ ਗਿਆ ਕਿਸੇ ਪਲੇਅਰ ਦੇ ਵੱਲੋਂ, ਤਾਂ ਜਿਹੜੇ ਡਾਇਰੈਕਟਰ ਸਾਹਿਬਾਨ ਨੇ ਸਪੋਰਟਸ ਵਿਭਾਗ ਦੇ, ਖੇਡ ਵਿਭਾਗ ਦੇ ਡਾਇਰੈਕਟਰ ਪੰਜਾਬ ਦੇ, ਉਹਨਾਂ ਕੋਲ ਅਥਾਰਟੀ ਹੋਏਗੀ, ਉਹ ਕਿਸੇ ਵੀ ਸਮੇਂ ਕਿਸੇ ਵੀ ਸਰਟੀਫਿਕੇਟ ਨੂੰ ਕੈਂਸਲ ਕਰ ਸਕਦੇ ਆ। ਔਰ ਡਾਇਰੈਕਟਰ ਸਪੋਰਟਸ ਵਿਲ ਆਲਸੋ ਹੈਵ ਦਾ ਅਥਾਰਟੀ ਟੂ ਕਰੈਕਟ ਐਨੀ ਮਿਸਟੇਕਸ ਡਨ ਬਾਈ ਦਾ ਆਫਿਸ ਗਿਵਿੰਗ ਅਪਰਚੁਨਿਟੀ ਟੂ ਦਾ ਇਫੈਕਟਡ ਸਪੋਰਟਸ ਪਰਸਨ ਵੂਮਨ। ਜੇ ਕਿਸੇ ਸਰਟੀਫਿਕੇਟ ਦੇ ਵਿੱਚ ਕੋਈ ਮਿਸਟੇਕ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਡਾਇਰੈਕਟਰ ਸਪੋਰਟਸ ਜਿਹੜੇ ਹੈਗੇ ਨੇ ਉਹਨਾਂ ਕੋਲ ਅਥਾਰਟੀ ਹੈ, ਉਹ ਉਹਦੇ ਵਿੱਚ ਸੋਧ ਕਰ ਸਕਦੇ ਆ ਤਾਂ ਕਿ ਖਿਡਾਰੀਆਂ ਨੂੰ ਮੌਕਾ ਮਿਲ ਸਕੇ ਆਪਣੇ ਸਰਟੀਫਿਕੇਟ ਦੀ ਗਲਤੀ ਸੋਧ ਕਰਵਾਉਣ ਦਾ। ਸੋ ਇਹ ਹੈ ਰੂਲ 4.8। ਇਸ ਤੋਂ ਬਾਅਦ ਇੰਟਰ ਸੇ ਮੈਰਿਟ ਦੀ ਗੱਲ ਕਰਦੇ ਹਾਂ ਕਿ ਇੰਟਰ ਸੇ ਮੈਰਿਟ ਕਿਸ ਤਰ੍ਹਾਂ ਬਣੇਗੀ। ਇਹਦੇ ਲਈ ਦੋ ਰੂਲ ਹੈ, ਰੂਲ 5.1 ਔਰ 5.2। In the matter of rating inter se, the preference of the same grade will be given in the following descending order। ਜੇਕਰ ਸੇਮ ਗ੍ਰੇਡ ਦੇ ਦੋ ਪਲੇਅਰਸ ਜਾਂ ਦੋ ਤੋਂ ਜ਼ਿਆਦਾ ਪਲੇਅਰਸ ਆ ਜਾਂਦੇ ਆ ਤਾਂ ਉਹਨਾਂ ਦੀ ਇੰਟਰ ਸੇ ਮੈਰਿਟ, ਆਪਸੀ ਮੈਰਿਟ ਕਿਵੇਂ ਬਣੇਗੀ। ਸਭ ਤੋਂ ਪਹਿਲਾਂ ਇਹਨਾਂ ਦਾ ਡਿਸੈਂਡਿੰਗ ਆਰਡਰ ਦੇ ਵਿੱਚ, ਘਟਦੇ ਕ੍ਰਮ ਦੇ ਵਿੱਚ ਇਸ ਤਰ੍ਹਾਂ ਜਿਹੜਾ ਮੈਰਿਟ ਬਣਾਈ ਜਾਏਗੀ। ਪਹਿਲਾਂ ਵਿਨਰ ਫਸਟ ਪੋਜੀਸ਼ਨ ਵਾਲਾ, ਉਸ ਤੋਂ ਬਾਅਦ ਰਨਰ ਅਪ ਸੈਕੰਡ ਪੋਜੀਸ਼ਨ ਵਾਲਾ, ਥਰਡ ਮੈਟ 'ਤੇ ਕੌਣ ਜਾਏਗਾ, ਥਰਡ ਪੋਜੀਸ਼ਨ ਹੋਲਡਰ ਜਿਹੜਾ ਹੋਏਗਾ। ਇਸ ਤਰ੍ਹਾਂ ਮੈਰਿਟ ਬਣੇਗੀ। ਰਿਗਾਰਡਿੰਗ ਸੀਨੀਅਰ ਐਂਡ ਜੂਨੀਅਰ ਟੂਰਨਾਮੈਂਟਸ ਚੈਂਪੀਅਨਸ਼ਿਪਸ, ਸੀਨੀਅਰ ਸ਼ੈਲ ਹੈਵ ਪ੍ਰੈਸੀਡੈਂਸ ਓਵਰ ਜੂਨੀਅਰ ਇਨ ਦਾ ਸੇਮ ਪਰਫਾਰਮੈਂਸ, ਕਿ ਸੇਮ ਪਰਫਾਰਮੈਂਸ ਹੋਵੇ ਉਹਨਾਂ ਦੀ, ਸੇਮ ਸਰਟੀਫਿਕੇਟ ਹੋਵੇ ਉਹਨਾਂ ਕੋਲ, ਪਰ ਸੀਨੀਅਰ ਅਤੇ ਜੂਨੀਅਰ ਦੇ ਵਿੱਚ ਸੇਮ ਟੂਰਨਾਮੈਂਟ ਚੈਂਪੀਅਨਸ਼ਿਪ ਦੇ ਵਿੱਚ ਸੀਨੀਅਰ ਹੈ ਜਿਹੜਾ ਉਹ ਓਵਰ ਹੋਏਗਾ, ਉੱਪਰ ਹੋਏਗਾ। ਫॉर एग्जाम्पल गोल्ड मैडलिस्ट इन सीनियर कैटेगरी शैल हैव प्रीसीडेंस ओवर गोल्ड मैडलिस्ट इन जूनीयर कैटेगरी, कि सीनियर कैटेगरी ਦੇ ਵਿੱਚ ਜਿਹੜਾ ਗੋਲਡ ਮੈਡਲਿਸਟ ਹੈ ਉਹ ਮੈਰਿਟ ਦੇ ਵਿੱਚ ਉੱਪਰ ਹੋਏਗਾ ਜੂਨੀਅਰ ਕੈਟੇਗਰੀ ਦੇ ਨਾਲੋਂ। ਐਂਡ ਗੋਲਡ ਮੈਡਲਿਸਟ ਇਨ ਜੂਨੀਅਰ ਕੈਟੇਗਰੀ ਓਵਰ ਸਿਲਵਰ ਮੈਡਲਿਸਟ, ਜਿਹੜਾ ਜੂਨੀਅਰ ਕੈਟੇਗਰੀ ਦੇ ਵਿੱਚ ਗੋਲਡ ਮੈਡਲਿਸਟ ਹੋਏਗਾ ਉਹ ਸਿਲਵਰ ਮੈਡਲਿਸਟ ਤੋਂ ਉੱਪਰ ਹੋਏਗਾ। ਸੋ ਇਸ ਤਰ੍ਹਾਂ ਕਰਕੇ ਇੰਟਰ ਸੇ ਮੈਰਿਟ ਹੈ ਜਿਹੜੀ ਉਹ ਬਣੇਗੀ। ਔਰ
5.2 ਦੇ ਵਿੱਚ ਜਿਹੜਾ ਲਿਖਿਆ ਦਾ ਇੰਟਾਇਰ ਸਟੇਟ ਆਫ ਪੰਜਾਬ ਵਿਲ ਹੈਵ ਯੂਨੀਫਾਰਮ ਗ੍ਰੇਡੇਸ਼ਨ ਪਾਲਿਸੀ। ਪੂਰੇ ਪੰਜਾਬ ਰਾਜ ਦੇ ਵਿੱਚ ਇਕਸਾਰ ਜਿਹੜੀ ਗ੍ਰੇਡੇਸ਼ਨ ਪਾਲਿਸੀ ਹੈ, ਗ੍ਰੇਡੇਸ਼ਨ ਨੀਤੀ ਹੈ, ਉਹ ਹੋਏਗੀ ਐਜ ਸਪੈਸੀਫਾਈਡ ਇਨ ਦਿਸ ਪਾਲਿਸੀ, ਜਿਵੇਂ ਕਿ ਇਸ ਨੀਤੀ ਦੇ ਵਿੱਚ ਮੈਂਸ਼ਨ ਕੀਤਾ ਗਿਆ। ਨੋ ਐਜੂਕੇਸ਼ਨਲ ਇੰਸਟੀਟਿਊਸ਼ਨ ਔਰ ਅਦਰਵਾਈਜ਼ ਵਿਲ ਡੇਵੀਏਟ ਔਰ ਫॉर्म अ सेपरेट क्राइटेरिया और गाइडलाइंस फ्रॉम द क्राइटेरिया पॉलिसी एज लेड डाउन इन दिस पॉलिसी। जो ਇਹਦੇ ਵਿੱਚ ਇਸ ਖੇਡ ਨੀਤੀ ਦੇ ਵਿੱਚ ਕ੍ਰਾਈਟੇਰੀਆ ਜਿਹੜਾ ਮਾਪਦੰਡ ਬਣਾਏ ਗਏ ਨੇ ਜਾਂ ਨੀਤੀ ਬਣਾਈ ਗਈ, ਇਸ ਤੋਂ ਇਲਾਵਾ ਹੋਰ ਕੋਈ ਸੈਪਰੇਟ ਵੱਖਰੇ ਤੌਰ 'ਤੇ ਆਪਣੇ ਜਿਹੜੇ ਦਿਸ਼ਾ ਨਿਰਦੇਸ਼ ਹੈ ਜਾਂ ਗਾਈਡਲਾਈਨਸ ਹੈ, ਕੋਈ ਵੀ ਇੰਸਟੀਟਿਊਸ਼ਨ ਜਾਂ ਕੋਈ ਐਜੂਕੇਸ਼ਨਲ ਅਦਾਰਾ, ਸਿੱਖਿਆ ਅਦਾਰਾ, ਉਹ ਆਪਣੀ ਕੋਈ ਨੀਤੀ ਤਿਆਰ ਨਹੀਂ ਕਰੇਗਾ। ਇਸੇ ਨੀਤੀ ਦੇ ਬੇਸਿਸ 'ਤੇ ਇਸੇ ਨੂੰ ਆਧਾਰ ਮੰਨ ਕੇ ਉਹ ਫੋਲੋ ਕਰਨਗੇ। ਸੋ ਇਹ ਸੀ ਜਿਹੜੀ ਇੰਟਰ ਸੇ ਮੈਰਿਟ। ਹੁਣ ਤੁਹਾਨੂੰ ਦੱਸਦੇ ਹਾਂ ਗ੍ਰੇਡੇਸ਼ਨ ਲਈ ਖੇਡਾਂ ਦੀ ਸੂਚੀ, ਕਿਹੜੀਆਂ ਕਿਹੜੀਆਂ ਜਿਹੜੀਆਂ ਗੇਮਾਂ ਨੇ ਉਹ ਸ਼ਾਮਿਲ ਕੀਤੀਆਂ ਗਈਆਂ ਨੇ। ਗ੍ਰੇਡੇਸ਼ਨ ਕਿਹੜੀਆਂ ਕਿਹੜੀਆਂ ਗੇਮਾਂ ਦੀ ਕਰਵਾ ਸਕਦੇ ਹੋ ਤੁਸੀਂ। ਸੋ ਸਭ ਤੋਂ ਪਹਿਲਾਂ ਹੈ ਜੀ ਐਥਲੈਟਿਕਸ, ਉਸ ਤੋਂ ਬਾਅਦ ਹੈ ਬੈਡਮਿੰਟਨ, ਬਾਸਕਟਬਾਲ, ਕ੍ਰਿਕਟ, ਸਾਈਕਲਿੰਗ, ਜਿਮਨਾਸਟਿਕ, ਆਰਟਿਸਟਿਕ ਐਂਡ ਰਿਦਮਿਕ, ਇਹ ਜਿਮਨਾਸਟਿਕ ਦੀ ਕੈਟੇਗਰੀ ਹੈ। ਅੱਗੇ ਹੈ ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਕਬੱਡੀ ਨੈਸ਼ਨਲ ਸਟਾਈਲ ਐਂਡ ਸਰਕਲ ਸਟਾਈਲ, ਦੋਨੋਂ ਤਰ੍ਹਾਂ ਦੀ ਕਬੱਡੀ ਜਿਹੜੀ ਹੈ ਉਹ ਯੋਗ ਹੈ ਗ੍ਰੇਡੇਸ਼ਨ ਦੇ ਲਈ। ਖੋ ਖੋ, ਲੌਨ ਟੈਨਿਸ, ਬਾਕਸਿੰਗ, ਰੈਸਲਿੰਗ, ਸਵਿਮਿੰਗ, ਇਹ ਗੇਮਾਂ ਨੇ ਜਿਹੜੀਆਂ ਤੁਸੀਂ ਗ੍ਰੇਡੇਸ਼ਨ ਦੇ ਲਈ ਕਰਵਾ ਸਕਦੇ ਹੋ ਗ੍ਰੇਡੇਸ਼ਨ ਇਹਨਾਂ ਗੇਮਾਂ ਦੇ ਤਹਿਤ। ਇਸ ਤੋਂ ਇਲਾਵਾ ਹੋਰ ਕੋਈ ਗੇਮ ਜਿਹੜੀ ਤੁਹਾਨੂੰ ਜਿਵੇਂ ਪਿੱਛੇ ਦੱਸਿਆ IO ਦੇ ਦੁਆਰਾ ਐਫੀਲੇਟਡ ਹੋਵੇ ਜਾਂ ਏਸ਼ੀਅਨ ਗੇਮਸ ਦੇ ਵਿੱਚ ਪਾਰਟੀਸਪੇਟ ਕੀਤਾ ਹੋਵੇ, ਉਹ ਸਾਰੀਆਂ ਜਾਂ ਓਲੰਪਿਕ ਦੇ ਵਿੱਚ ਜਿਹੜੀਆਂ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਇਹਨਾਂ ਤੋਂ ਇਲਾਵਾ ਉਹ ਵੀ ਸ਼ਾਮਿਲ ਨੇ। ਇਸ ਤੋਂ ਬਾਅਦ ਟੇਬਲ ਟੈਨਿਸ ਹੈ, ਵਾਲੀਬਾਲ ਹੈ, ਵੇਟ ਲਿਫਟਿੰਗ, ਸ਼ੂਟਿੰਗ, ਆਰਚਰੀ, ਇਕੁਇਸਟ੍ਰੇਨ, ਫੈਂਸਿੰਗ, ਰੋਇੰਗ, ਸੌਫਟਬਾਲ, ਨੈਟਬਾਲ, ਰੋਲਰ ਸਕੇਟਿੰਗ, ਕਨੋਇੰਗ, ਪਾਵਰ ਲਿਫਟਿੰਗ, ਬਾਡੀ ਬਿਲਡਿੰਗ, ਜੈਸਟਿੰਗ, ਗੋਲਫ, ਚੈਸ, ਗੱਤਕਾ, ਕਿੱਕ ਬਾਕਸਿੰਗ, ਇਹ ਗੇਮਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਖੇਡ ਸਕਦੇ ਹੋ ਤਾਂ ਕਿ ਤੁਹਾਡੀ ਗ੍ਰੇਡੇਸ਼ਨ ਹੋ ਸਕੇ। ਸਕਰੀਨਸ਼ਾਟ ਤੁਸੀਂ ਇਸ ਦਾ ਲੈ ਸਕਦੇ ਹੋ ਤਾਂ ਕਿ ਤੁਹਾਨੂੰ ਲਿਸਟ ਯਾਦ ਰਹੇ। ਅਦਰਵਾਈਜ਼ PDF ਕਾਪੀ ਜਿਹੜੀ ਤੁਹਾਨੂੰ ਦੱਸ ਰਿਹਾ ਵੀ ਡਾਊਨਲੋਡ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲਿੰਕ ਕਲਿੱਕ ਕਰਕੇ, ਉਹਦੇ 'ਚ ਵੀ ਇਹ ਪੂਰੀ ਡਿਟੇਲ ਹੈ ਜਿਹੜੀ ਤੁਹਾਨੂੰ ਦਿੱਤੀ ਗਈ ਹੈ। ਸੋ ਇਹ ਹੈ ਖੇਡਾਂ ਦੀ ਸੂਚੀ ਜਿਨ੍ਹਾਂ ਦੀ ਗ੍ਰੇਡੇਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਨੋਟ ਦਿੱਤਾ ਹੈ ਇਸੇ ਡਾਕੂਮੈਂਟ ਦੇ ਵਿੱਚ ਕਿ ਐਨੀ ਅਦਰ ਗੇਮ ਨਾਟ ਇਨਕਲੂਡਡ ਇਨ ਦਾ ਅਬਵ ਲਿਸਟ, ਉੱਪਰ ਵਾਲੀ ਲਿਸਟ ਦੇ ਵਿੱਚ ਜਿਹੜੀ ਕੋਈ ਗੇਮ ਹੈ ਜੇ ਕੋਈ ਇਨਕਲੂਡ ਨਹੀਂ ਕੀਤੀ ਗਈ, ਸ਼ਾਮਿਲ ਨਹੀਂ ਕੀਤੀ ਗਈ, ਵਟ ਇਨਕਲੂਡਡ ਇਨ ਦਾ ਲਿਸਟ ਆਫ ਓਲੰਪਿਕ ਗੇਮਸ, ਓਲੰਪਿਕ ਗੇਮਸ ਦੀ ਲਿਸਟ ਦੇ ਵਿੱਚ ਹੈ, ਏਸ਼ੀਅਨ ਗੇਮਸ ਦੀ ਲਿਸਟ ਦੇ ਵਿੱਚ ਹੈ, ਕਾਮਨਵੈਲਥ ਗੇਮਸ ਦੀ ਲਿਸਟ ਦੇ ਵਿੱਚ ਹੈ, ਤਾਂ ਉਹ ਵੀ ਕਵਰ ਹੋਏਗੀ ਇਸ ਗ੍ਰੇਡੇਸ਼ਨ ਦੇ ਪਰਪਸ ਦੇ ਲਈ, ਮਕਸਦ ਦੇ ਲਈ, ਉਹ ਵੀ ਗ੍ਰੇਡੇਸ਼ਨ ਦੇ ਲਈ ਯੋਗ ਹੋਏਗੀ। ਸੋ ਅਸੀਂ ਗ੍ਰੇਡੇਸ਼ਨ ਨੀਤੀ, ਰਿਵਾਈਜ਼ਡ ਸਪੋਰਟਸ ਗ੍ਰੇਡੇਸ਼ਨ ਨੀਤੀ, ਹੋਰ ਵਿਸਥਾਰਪੂਰਵਕ ਵੇਰਵਿਆਂ ਲਈ ਤੁਸੀਂ ਲਿੰਕ 'ਚੋਂ ਡਿਸਕ੍ਰਿਪਸ਼ਨ ਬਾਕਸ 'ਚੋਂ ਲਿੰਕ ਕਲਿੱਕ ਕਰਕੇ ਵੇਖ ਸਕਦੇ ਹੋ, ਪੂਰੀ PDF ਕਾਪੀ ਡਾਊਨਲੋਡ ਕਰ ਸਕਦੇ ਹੋ। ਇਹਦੀ ਨੀਤੀ ਦੇ ਜਿਹੜੇ ਸਪੋਰਟਸ ਪਾਲਿਸੀ ਦੇ ਬਾਕੀ ਅਧਿਆਏ ਨੇ, ਇਸ ਤੋਂ ਬਾਅਦ 4 ਚੈਪਟਰ ਹੋਰ ਬਾਕੀ ਹੈ ਕਿ ਉਹ ਵੀ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਵਿੱਚ ਸਾਂਝੇ ਕਰਾਂਗੇ ਜਾਣਕਾਰੀ। ਸੋ ਹੋਰ ਕੋਈ ਤੁਹਾਡਾ ਡਾਊਟ ਹੋਵੇ, ਕੋਈ ਕੁਐਸਚਨ ਹੋਵੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਦੇ ਨਾਲ ਹੀ ਬੈਸਟ ਵਿਸ਼ੇਜ਼ ਟੂ ਆਲ ਸਿਟੀਜ਼ਨਸ, ਸਪੋਰਟਸ ਪਰਸਨਸ ਐਂਡ ਕੋਚਸ, ਮੇਰੇ ਵੱਲੋਂ ਸ਼ੁਭ ਕਾਮਨਾਵਾਂ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ, ਨਵੇਂ ਚੈਪਟਰ ਦੇ ਨਾਲ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ, ਗੁੱਡ ਲੱਕ।